ਦੇਸ਼ ਵਿਦੇਸ਼ ਵਿੱਚ ਬਾਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ, ਅਸੀਂ ਇਹ ਪ੍ਰੋਗਰਾਮ ਖਾਸ ਮੁਲਾਕਾਤ ਲੈ ਕੇ ਆਉਂਦੇ ਹਾਂ ਹਰ ਰੋਜ਼ ਤੁਹਾਡੇ ਲਈ। ਤੇ ਮੈਂ ਫਿਰ ਜਸਵਿੰਦਰ ਦੂੜਾ ਤੁਹਾਡੇ ਸਨਮੁਖ ਹਾਂ ਇੱਕ ਨਵੀਂ ਸ਼ਖਸੀਅਤ ਦੇ ਨਾਲ। ਅੱਜ ਦੇ ਸਾਡੇ ਮਹਿਮਾਨ ਹਨ ਰੂਪਲਾਲ ਰੂਪ ਜੀ, ਜਿਹਦੇ ਜੋ ਸਿੱਖਿਆ ਵਿਭਾਗ ਦੇ ਵਿੱਚੋਂ ਸੇਵਾ ਮੁਕਤ ਹੋਏ ਹਨ ਤੇ ਸਾਹਿਤਕਾਰੀ ਵਿੱਚ ਆਪਣਾ ਅੱਜ ਕੱਲ੍ਹ ਯੋਗਦਾਨ ਪਾ ਰਹੇ ਹਨ। ਆਪਾਂ ਇਹਨਾਂ ਦੇ ਨਾਲ ਇਹਨਾਂ ਦੇ ਬਚਪਨ ਬਾਰੇ, ਇਹਨਾਂ ਦੀ ਸਾਹਿਤਕਾਰੀ ਬਾਰੇ ਗੱਲਾਂ ਕਰਦੇ ਹਾਂ। ਰੂਪਲਾਲ ਜੀ, ਬਾਜ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਬਾਜ ਟੀਵੀ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਾਰੇ ਦਰਸ਼ਕਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਤੇ ਸਤਿ ਸ਼੍ਰੀ ਅਕਾਲ ਜੀ। ਰੂਪਲਾਲ ਜੀ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਖਾਸ ਮੁਲਾਕਾਤ ਵਿੱਚ ਇੱਕ ਲੇਖਕ ਨਾਲ, ਕੋਈ ਸ਼ਖਸੀਅਤ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਸਾਹਿਤ ਬਾਰੇ, ਉਹਨਾਂ ਦੀਆਂ ਕਵਿਤਾਵਾਂ ਬਾਰੇ। ਤੇ ਆਪਾਂ ਅੱਜ ਇੱਕ ਜਿਹੜੀ ਆ, ਮੈਂ ਪਹਿਲਾਂ ਤਾਂ ਅਸੀਂ ਸਾਹਿਤਕਾਰ ਦੀ ਜ਼ਿੰਦਗੀ ਤੋਂ ਸ਼ੁਰੂ ਕਰ ਲੈਂਦੇ, ਪਰ ਮੈਂ ਅੱਜ ਥੋੜ੍ਹਾ ਜਿਹਾ ਚੇਂਜ ਕਰਨਾ। ਤੁਹਾਡੀ ਬਾਰੇ ਮੈਂ ਉਹ ਬਚਪਨ ਬਾਰੇ ਜਾਂ ਤੁਹਾਡੀ ਜ਼ਿੰਦਗੀ ਬਾਰੇ ਬਾਅਦ ਦੇ ਵਿੱਚ ਗੱਲਾਂ ਕਰਾਂਗੇ। ਪਹਿਲਾਂ ਆਪਾਂ ਸ਼ੁਰੂਆਤ ਤੁਹਾਡੇ ਕਰਦੇ ਹਾਂ ਕਿ ਜਦੋਂ ਤੁਸੀਂ ਪਹਿਲੀ ਕਵਿਤਾ ਲਿਖੀ ਜਾਂ ਪਹਿਲੀ ਕਵਿਤਾ ਸਟੇਜ 'ਤੇ ਬੋਲੀ, ਉਹ ਕਿਹੜੀ ਕਵਿਤਾ ਬੋਲੀ ਜਾਂ ਕਿੱਥੇ ਬੋਲੀ, ਉਹ ਕਿਹੋ ਜਿਹਾ ਅਨੁਭਵ ਸੀ? 1972 ਦੀ ਗੱਲ ਆ ਵੀ ਮੈਂ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਪੜ੍ਹਦਾ ਸੀ ਜੀ। ਤੇ ਸਾਡੇ ਮਤਲਬ ਸਮਾਗਮ ਦੇ ਕਾਲਜ ਹੁੰਦੇ ਰਹਿੰਦੇ ਆ। ਤੇ ਉਹਦੇ ਵਿੱਚ ਜਾ ਕੇ ਦੇਖਿਆ ਕਿ ਬਹੁਤ ਸਾਰੇ ਬੱਚੇ ਡਿਬੇਟ ਕਰਦੇ ਆ, ਸਟੂਡੈਂਟ ਸਾਡੇ ਸਾਥੀ, ਤੇ ਬਹੁਤ ਸਾਰੇ ਮਤਲਬ ਗਿੱਧਾ ਭੰਗੜਾ ਪਾਉਂਦੇ ਆ। ਤੇ ਸਾਡਾ ਮਨ ਵੀ ਕੀਤਾ, ਉਤਸ਼ਾਹ ਮਿਲਿਆ ਕਿ ਅਸੀਂ ਵੀ ਸਟੇਜ ਤੇ ਬੋਲਾਂ, ਮੈਂ ਵੀ ਬੋਲਾਂ ਕੁਛ ਜੀ। ਤੇ ਜਿਹੜੇ ਸਾਡੇ ਤੋਂ ਸੀਨੀਅਰ ਸੀ ਤੇ ਉਹ ਡਿਬੇਟ ਆਪ ਲਿਖਦੇ ਹੁੰਦੇ ਸੀ, ਤੇ ਮੈਂ ਥੋੜਾ ਲੱਗਦਾ ਸੀ ਕਿ ਇਹਨਾਂ ਵਿੱਚੋਂ ਕੋਈ ਖਾਸ ਗੁਣ ਆ। ਤੇ ਮੈਂ ਵੀ ਕੋਈ ਸਮਾਗਮ ਆਇਆ ਤੇ ਉਹਦੇ ਵਿੱਚ ਯਤਨ ਕੀਤਾ ਆਪ ਕਵਿਤਾ ਲਿਖਣ ਦਾ ਪਹਿਲੀ ਵਾਰ। ਉਹ ਸੀ ਸਰਦਾਰ ਭਗਤ ਸਿੰਘ ਬਾਰੇ ਜੀ। ਬਾਬਾ ਭਗਤ ਸਿੰਘ ਸਰਦਾਰਾ ਸਿਫਤਾਂ ਕਰਦਾ ਹੈ ਜਗ ਸਾਰਾ ਜੀ, ਇਹੋ ਜਿਹੀ ਕਵਿਤਾ ਸੀ ਉਹ। ਤੇ ਉਹ ਮਤਲਬ ਮੈਨੂੰ ਮੌਕਾ ਮਿਲਿਆ ਤੇ ਬਹੁਤ ਅੱਛਾ ਪ੍ਰਭਾਵ ਗਿਆ ਸਰੋਤਿਆਂ ਤੇ ਦੋਸਤਾਂ ਮਿੱਤਰਾਂ ਦੇ ਵਿੱਚ। ਤੇ ਉਹ ਥੋੜੀ ਆਵਾਜ਼ ਮੇਰੀ ਚੰਗੀ ਸੀ ਤੇ ਮਤਲਬ ਉਹਦੇ ਬਾਅਦ ਚ ਮੈਨੂੰ ਸਿਲੈਕਟ ਕਰ ਲਿਆ ਗਾਉਣ ਵਜਾਉਣ ਦੇ ਵਿੱਚ ਜੀ। ਤੇ ਇਹ ਮੇਰਾ ਪਹਿਲਾ ਕਾਲਜ ਦਾ ਅਨੁਭਵ ਸੀ ਡਰੋਲੀ ਕਾਲਜ ਦਾ। ਤੁਸੀਂ ਕਵਿਤਾ ਫਿਰ ਤਰੰਨੂ ਦੇ ਵਿੱਚ ਸੁਣਾਈ ਹੋਣੀ ਉੱਥੇ, ਤੇ ਉਹ ਬੱਲੇ ਬੱਲੇ ਹੋ ਗਈ। ਤੇ ਉਹ ਜਦੋਂ ਪਹਿਲਾਂ ਸਟੇਜ ਤੇ ਜਿਹੜੇ ਉਹ ਲੱਤਾਂ ਵੀ ਕੰਬੀਆਂ ਹੋਣੀਆਂ, ਥੋੜਾ ਜਿਹਾ ਡਰ ਭਾਵਨਾ ਸੀ ਜੀ। ਥੋੜਾ ਫਰਕ ਪੈਂਦਾ ਪਹਿਲੀ ਵਾਰ, ਤੇ ਪਰ ਮੈਂ ਸੰਭਲ ਕੇ ਬੜੇ ਕੌਨਫੀਡੈਂਸ ਨਾਲ ਗਾਈ। ਤੇ ਉਹ ਪ੍ਰੋਫੈਸਰਾਂ ਦੀ ਨਜ਼ਰ ਚ ਆ ਗਿਆ ਵੀ ਇਹ ਬੰਦਾ ਜਿਹੜਾ ਆ, ਇਹ ਸਟੂਡੈਂਟ ਜਿਹੜਾ ਸਾਡਾ ਆ, ਇਹ ਮਤਲਬ ਬਾਹਰਲੇ ਕਾਲਜਾਂ ਵਿੱਚ ਭੇਜਿਆ ਜਾ ਸਕਦਾ, ਲਾਇਕ ਆ, ਤੇ ਮਤਲਬ ਇਸ ਪਾਸੇ ਮਤਲਬ ਮੈਂ ਅੱਗੇ ਵੱਧ ਸਕਦਾ ਜੀ। ਉਹਨੇ ਮੈਨੂੰ ਫਿਰ ਬੜਾ ਉਤਸ਼ਾਹ ਦਿੱਤਾ ਤੇ ਮੈਨੂੰ ਮਤਲਬ ਉਹ ਵੱਖ-ਵੱਖ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਲਈ, ਹਿੱਸਾ ਲੈਣ ਲਈ ਭੇਜਦੇ ਵੀ ਰਹੇ, ਮਤਲਬ ਤਿਆਰ ਵੀ ਕਰਦੇ ਰਹੇ ਜੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਸਾਹਿਤ ਦੀ ਸਿਰਜਣਾ ਸ਼ੁਰੂ ਹੋ ਜਾਂਦੀ ਆ, ਤੇ ਉਹਦੇ ਨਾਲ ਤੁਸੀਂ ਹੋਰ ਕਿਹੜੀਆਂ ਵੰਨਗੀਆਂ ਲਿਖੀਆਂ, ਤੇ ਬਾਕੀ ਕਵਿਤਾ ਜਾਂ ਗੀਤ ਚੱਲਦਾ ਨਾਲ ਰਿਹਾ, ਤੇ ਕਿਸ ਵਿਸ਼ੇ ਤੇ ਜਦੋਂ ਸ਼ੁਰੂਆਤ ਕੀਤੀ? ਸ਼ੁਰੂਆਤੀ ਗੀਤ ਜਿਹੜੇ ਕਿਸ ਵਿਸ਼ੇ ਦੇ ਸੀਗੇ? ਮਤਲਬ ਸ਼ੁਰੂਆਤੀ ਗੀਤ ਜਦੋਂ ਮੈਂ ਇਸ ਪਾਸੇ ਪੈਰ ਧਰਿਆ ਤੇ ਉਦੋਂ ਗਾਇਕਾਂ ਦਾ, ਦੋ ਗਾਣਾ ਜੋੜੀਆਂ ਦਾ ਬਹੁਤ ਜ਼ੋਰ ਹੁੰਦਾ ਸੀ ਜੀ। ਤੇ ਮੈਂ ਵੀ ਮਤਲਬ ਮਨ 'ਚ ਬਲਬਲਾ ਫੁੱਟਿਆ ਕਿ ਦੋ ਗਾਣੇ ਲਿਖਾਂ। ਤੇ ਸ਼ੁਰੂਆਤ ਮੈਂ ਦੋ ਗਾਣਿਆਂ ਤੋਂ ਕੀਤੀ। ਦੋ ਗਾਣੇ ਬਹੁਤ ਸਾਰੇ ਲਿਖੇ ਜੀ। ਤੇ ਪਰ ਮੈਂ ਉਸਤਾਦ ਨਹੀਂ ਸੀ ਬਣਾਇਆ ਕੋਈ, ਤੇ ਉਹਦੇ 'ਚ ਕੁਝ ਕੁਚਾਈਆਂ ਹੁੰਦੀਆਂ ਹੋਣਗੀਆਂ। ਤੇ ਜਿਹਦੇ ਲੁਧਿਆਣੇ ਦੇ ਮਤਲਬ ਸੈਂਟਰ ਸਾਡਾ ਹੱਬ ਸੀ ਲੁਧਿਆਣਾ ਦੋ ਗਾਣੇ ਜੋੜੀਆਂ ਦਾ, ਕੋਈ ਇਦਾਂ ਦਾ ਗਾਇਕ ਨਹੀਂ ਜਿਹਨੂੰ ਮੈਂ ਨਹੀਂ ਮਿਲਿਆ ਜੀ। ਜਗਮੋਹਨ ਕੌਰ, ਸਵਰਨਲਤਾ, ਮੁਹੰਮਦ ਸਦੀਕ, ਕੁਲਦੀਪ ਮਾਨਕ, ਸੁਰਿੰਦਰ ਸ਼ੰਦਾ, ਕਰਨੈਲ ਗਿੱਲ, ਮੈਂ ਸਾਰਿਆਂ ਨੂੰ ਮਿਲਿਆ ਜੀ। ਤੇ ਉਹ ਸਾਰੇ ਮਤਲਬ ਟਾਈਮ ਬੜਾ ਵਾ, ਕਿਉਂ ਬੜੇ ਬਿਜ਼ੀ ਹੁੰਦੇ ਸੀ ਤੇ ਵੇਲੇ ਵੇਲੇ ਮਿਲਣਾ ਪੈਂਦਾ ਸੀ। ਤੇ ਉਹ ਮਤਲਬ ਮੇਰੀ ਡਾਇਰੀ ਪੜ੍ਹ ਲੈਂਦੇ ਸੀ ਤੇ ਉਹਨੇ ਕਹਿਣਾ ਵੀ ਤੂੰ ਹਾਲੇ ਸਿੱਖ, ਵੀ ਤੇਰਾ ਗੀਤ ਰਿਕਾਰਡ ਕਰਾਵਾਂਗੇ ਤੇ ਸਿੱਖ। ਹਾਲੇ ਪੈਸੇ ਗੁੱਸਾ ਵੀ ਮਨ ਚ ਆਉਂਦਾ ਸੀ, ਪੈਸੇ ਲੱਗ ਜਾਂਦੇ ਆ ਤੇ ਮਤਲਬ ਵੀ ਪਕੜ ਨਹੀਂ ਕਰਦੇ ਬਿਲਕੁਲ। ਪਰ ਮੈਨੂੰ ਬਾਅਦ ਚ ਅਹਿਸਾਸ ਹੋਇਆ ਜਦੋਂ ਮੈਂ ਦੇਵ ਸਿੱਖਿਆ ਵਾਲੇ ਨੂੰ ਮਿਲਿਆ, ਉਹ ਮਿਲਾਇਆ ਸੀ ਮੈਨੂੰ ਮਾਨਕ ਸਾਹਿਬ ਨੇ ਜੀ। ਤੇ ਉਹਦੇ ਵਿੱਚ ਲੱਗਾ ਕਿ ਮੈਨੂੰ ਵਾਕਿਆ ਮੇਰੇ ਦੇ ਵਿੱਚ ਕੋਈ ਖਾਮੀ ਹੈ ਜੀ। ਤੇ ਉਹਦੇ ਬਾਅਦ ਫਿਰ ਮੈਂ ਇੰਪਰੂਵ ਕਰਨਾ ਸ਼ੁਰੂ ਕੀਤਾ। ਤੇ ਫਿਰ ਇੱਕ ਸਿੰਗਲ ਸੋਲੋ ਗੀਤ ਬਰਜਿੰਦਰ ਸਿੰਘ ਮਚਲਾ ਜੱਟ ਨੇ 1983 ਵਿੱਚ ਮੇਰਾ ਰਿਕਾਰਡ ਕਰਾਇਆ ਜੀ। ਤੇ ਉਹ ਗੀਤ ਜਿਹੜਾ ਮਤਲਬ ਪਹਿਲੀ ਵਾਰ ਮੇਰਾ ਰਿਕਾਰਡ ਹੋਇਆ ਸੀ। ਉਸ ਗੀਤ ਦੇ ਬੋਲ ਯਾਦ ਨੇ ਤੁਹਾਨੂੰ ਹੁਣੇ? ਹਾਂ, ਗੀਤ ਯਾਦ ਆ, ਮੈਂ ਤੁਹਾਨੂੰ ਸੁਣਾ ਹੀ ਦਿੰਦਾ ਗੀਤ ਉਹ ਜੀ। ਜਦੋਂ ਆਪਾਂ ਜਿਹੜਾ ਇਹਨਾਂ ਦਾ ਪਹਿਲਾ ਗੀਤ ਰਿਕਾਰਡ ਹੋਇਆ ਸੀ, ਉਹਦੇ ਨਾਲ ਆਪਾਂ ਤੁਹਾਡੀ ਸਾਂਝ ਪਾਉਂਦੇ ਆ ਜੀ। ਉਹ ਗੀਤ ਸੀਗਾ ਜੀ, ਪਿੱਛਾ ਛੱਡਣਾ ਨੀ ਜੋਗੀਆਂ ਨੇ ਤੇਰਾ, ਨੀ ਸੱਪਣੀ ਦੀ ਤੋਰ ਵਾਲੀਏ, ਬਹੁਤ ਅੱਛੇ, ਸੱਪਣੀ ਦੀ ਤੋਰ ਵਾਲੀਏ, ਤੇਰੇ ਨਖਰੇ ਮੋਲਿਆਂ ਚ ਫੇਰਾ, ਨੀ ਸੱਪਣੀ ਦੀ ਤੋਰ ਵਾਲੀਏ,
ਨਿਸਪਣੀ ਦੀ ਤੋਰ ਵਾਲੀਏ ਜੀ 14ਵੀਂ ਦਾ ਚੰਦ ਮੁਖ ਸੱਜਰਾ ਗੁਲਾਬ ਨੀ ਅੰਗੇ ਅੰਗੇ ਉੱਤੇ ਤੇਰੇ ਨੱਚਦਾ ਪੰਜਾਬ ਨੀ ਵਾਹ ਕੀ ਬਾਤ ਹੈ ਜੀ ਮਾਰਦਾ ਏ ਲੋੜੇ ਤੇਰਾ ਅਥਰਾ ਸ਼ਬਾਬ ਨੀ ਪੀ ਜਾਣਾ ਤੈਨੂੰ ਕਿਸੇ ਜਾਣ ਕੇ ਸ਼ਰਾਬ ਨੀ ਤੈਨੂੰ ਗੱਲੀ ਗੱਲੀ ਦੱਸਿਆ ਬਥੇਰਾ ਨਿਸਪਣੀ ਦੀ ਤੋਰ ਵਾਲੀਏ ਜੀ ਨਿਸਪਣੀ ਦੀ ਤੋਰ ਵਾਲੀਏ ਜੀ ਹੁਸਨ ਕਮਾਲ ਤੇਰਾ ਨਖਰੇ ਕਮਾਲ ਨੀ ਦੁਨੀਆ ਦੇ ਵਿੱਚ ਤੇਰੀ ਮਿਲੇ ਨਾ ਮਿਸਾਲ ਨੀ ਬਹੁਤ ਅੱਛੇ ਹੱਥ ਵਿੱਚ ਦੇਖ ਤੇਰੇ ਰੇਸ਼ਮੀ ਰਮਾਲ ਨੀ ਆਸ਼ਿਕ ਵਿਚਾਰੇ ਦੱਸ ਜੀਣ ਕਿਹੜੇ ਹਾਲ ਨੀ ਜੀ ਪੈਂਡਾ ਇਸ਼ਕੇ ਦਾ ਹੁੰਦਾ ਏ ਲਮੇਰਾ ਨਿਸਪਣੀ ਦੀ ਤੋਰ ਵਾਲੀਏ ਨਿਸਪਣੀ ਦੀ ਤੋਰ ਵਾਲੀਏ ਬਹੁਤ ਵਧੀਆ ਕੀ ਬਾਤ ਹੈ ਕਾਲੇ ਕਾਲੇ ਕੱਜਲੇ ਦੀ ਪਾਵੇਂ ਧਾਰ ਤਾਰਨੀ ਸਾਣੀ ਉੱਤੇ ਲਾਵੇਂ ਨਿਤ ਨੈਣਾ ਦੀ ਕਟਾਰਨੀ ਕਾਲੇ ਤੇਰੇ ਕੇਸ ਕਾਲੀ ਰਾਤ ਨੂੰ ਬੰਗਾਰਨੀ ਬਹੁਤ ਵਧੀਆ ਕਬੂਤਰੀ ਦੀ ਚੁੰਝ ਨੱਕ ਤੇਜ਼ ਤਲਵਾਰਨੀ ਤੇਰੀ ਧੌਣੀ ਉੱਤੇ ਨਾਗ ਦਾ ਏ ਡੇਰਾ ਨਿਸਪਣੀ ਦੀ ਤੋਰ ਵਾਲੀਏ ਜੀ ਨਿਸਪਣੀ ਦੀ ਤੋਰ ਵਾਲੀਏ ਜੀ ਜੀ ਜਵਾਨੀਆਂ ਨੂੰ ਲੈਂਦਾ ਏ ਜ਼ਮਾਨਾ ਏ ਹੁਚੂਪਨੀ ਬਚ ਬਚ ਰਹਿ ਤੇਰੀ ਉਮਰੇ ਮਲੂਕਨੀ ਸੁਣਦਾ ਨਾ ਕੋਈ ਇੱਥੇ ਦੁਖੀਆਂ ਦੀ ਕੂਕਨੀ ਵਾਰ-ਵਾਰ ਆਖ ਤੈਨੂੰ ਪੇੜਾ ਵਾਲਾ ਰੂਪ ਨੀ ਜੀ ਜੱਟ ਮਚਲੇ ਦਾ ਢੋਲ ਗੇ ਅਜੇਰਾ ਨਿਸਪਣੀ ਦੀ ਤੋਰ ਵਾਲੀਏ ਨਿਸਪਣੀ ਦੀ ਤੋਰ ਵਾਲੀਏ ਜੀ ਪਿੱਛਾ ਛੱਡਣਾ ਨੀ ਜੋਗੀਆਂ ਨੇ ਤੇਰਾ ਨਿਸਪਣੀ ਦੀ ਤੋਰ ਵਾਲੀਏ ਨਿਸਪਣੀ ਦੀ ਤੋਰ ਵਾਲੀਏ ਬਹੁਤ ਵਧੀਆ ਬਹੁਤ ਅੱਛੇ ਬਿਲਕੁਲ ਜੇ ਕਮਰਸ਼ੀਅਲ ਗੀਤ ਵੀ ਆ ਪਰ ਜਿਹੜਾ ਸਾਹਿਤਕ ਪੰਨ ਵਿੱਚੋਂ ਨਹੀਂ ਛੱਡਿਆ ਲੱਚਰਤਾ ਦੇ ਵਿੱਚ ਕੋਈ ਨਹੀਂ ਇਹਦੇ ਵਿੱਚ ਆਇਆ ਵੀ ਜਿਹੜਾ ਅੱਜ ਕੱਲ੍ਹ ਲੋਕੀ ਸੋਚਦੇ ਆ ਕਿ ਕਮਰਸ਼ੀਅਲ ਆ ਜਿਹੜਾ ਗਾਉਣਾ ਆ ਉਹਦੇ ਵਿੱਚ ਕੋਈ ਇੱਦਾਂ ਦੇ ਸ਼ਬਦ ਜ਼ਰੂਰ ਹੋਣੇ ਚਾਹੀਦੇ ਜਿਹੜੇ ਭੜਕਾਊ ਹੋਣੇ ਚਾਹੀਦੇ ਜਾਂ ਤਾਰੀਫ ਵੀ ਕੀਤੀ ਹੈ ਕਮਟਿਆਰ ਦੀ ਤਾਂ ਬੜੇ ਸੁਚੱਜੇ ਢੰਗ ਨਾਲ ਕੀਤੀ ਤੇ ਫਿਰ ਇਸ ਤੋਂ ਬਾਅਦ ਜਿਹੜੇ ਗੀਤ ਹੋਰ ਵੀ ਗਾਇਕਾਂ ਨੇ ਗਾਏ ਹੋਣਗੇ ਤੁਹਾਡੇ ਤੇ ਕਿਹਨਾਂ ਗਾਇਕਾਂ ਨੇ ਹੋਰ ਤੁਹਾਡੇ ਗੀਤ ਗਾਏ ਹਾਂ ਹੋਰ ਮੇਰੇ ਗੀਤ ਬਹੁਤ ਸਾਰੇ ਗਾਇਕ ਜਿਹੜੇ ਮਤਲਬ ਤੀਰਥਰਾਜ ਸਿੰਘ ਫੱਕਰ ਜੀ ਸਰਸਾ ਕੁਮਾਰੀ ਉਹਨੇ ਗਾਏ ਆ ਤੇ ਉਹਦੇ ਬਾਅਦ ਦੇ ਵਿੱਚ ਤਰਲੋਚਨ ਬੱਦਲ ਨੇ ਮੇਰੇ 8 ਗੀਤ ਰਿਕਾਰਡ ਕਰਾਏ ਆ ਉਹਨੂੰ ਮੇਰਾ ਲੰਮਾ ਮਤਲਬ ਪ੍ਰਸੰਗ ਹੈ ਭਾਈ ਮੱਖਣ ਸ਼ਾਹ ਲਵਾਣਾ ਜੀ ਤੇ ਉਹ YouTube ਤੇ ਉਪਲਬਧ ਤੇ ਬਾਕੀ ਮੋਹਨ ਬੰਗੜ ਨੇ ਮੇਰਾ ਗੀਤ ਗਾਇਆ ਤੇ ਇਦਾਂ ਬਹੁਤ ਸਾਰੇ ਗੀਤ ਗੁਰਪਾਲ ਰਾਣਾ ਨੇ ਗੀਤ ਗਾਇਆ ਮੇਰਾ ਜੀ ਤੇ ਮਤਲਬ ਜਿਹੜੇ ਹੈਗੇ ਆ ਆਪਣੇ ਰੇਡੀਓ ਦੇ ਉੱਤੇ ਮੇਰੇ ਗੀਤ ਪਾਸ ਆ ਪ੍ਰਵਾਨ ਆ ਐਜ਼ ਏ ਪੋਇਟ ਤੇ ਉਹਦੇ ਵਿੱਚ ਕਲੀਅਰ ਕੰਠ ਨੇ ਵੀ ਮੇਰਾ ਗੀਤ ਗਾਇਆ ਸੀ ਜੀ ਕੀ ਬਾਤ ਹੈ ਬਹੁਤ ਅੱਛੇ ਤੇ ਗੱਲ ਆਪਾਂ ਚੱਲਦੇ ਸੀ ਦੇਵ ਤਰੀਕਿਆਂ ਵਾਲੇ ਨੂੰ ਤੁਸੀਂ ਮਿਲੇ ਹਾਂਜੀ ਜਦੋਂ ਤੁਸੀਂ ਕਾਪੀ ਲੈ ਕੇ ਆਪਣੀ ਗਾਇਕਾ ਦੇ ਦਫ਼ਤਰਾਂ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਗੀਤ ਤੁਹਾਡੇ ਲੋਕ ਸੁਣਦੇ ਹੋਣਗੇ ਦਾ ਯਾਰ ਦੋਸਤ ਮਿੱਤਰ ਜਾਂ ਹੋਰ ਸਭਾਵਾਂ 'ਚ ਤੁਸੀਂ ਸੁਣਾਉਂਦੇ ਬਹੁਤ ਵਧੀਆ ਵਾਹ ਹੁੰਦੀ ਉਹ ਗੀਤ ਕਹਿੰਦੇ ਸੀ ਤੁਸੀਂ ਲਿਖ ਨਵਾਂ ਲਿਖ ਤੇ ਹੋਰ ਲਿਖ ਦੇਵ ਤਰੀਕਿਆਂ ਵਾਲੇ ਨੇ ਤੁਹਾਨੂੰ ਫਿਰ ਕਿਸ ਤਰ੍ਹਾਂ ਸਲਾਹ ਦਿੱਤੀ ਜਦੋਂ ਤੁਸੀਂ ਉਹਨਾਂ ਦੇ ਕੋਲ ਗਏ ਉਹਨਾਂ ਨੇ ਕੀ ਦੱਸਿਆ ਵੀ ਇਹਦੇ ਵਿੱਚ ਕੀ ਘਾਟ ਆ ਤੁਹਾਡੇ ਗੀਤਾਂ ਦੇ ਵਿੱਚ ਉਹਦੇ ਵਿੱਚ ਜਿਹੜਾ ਕਾਫੀਆ ਮਿਲਾਨ ਹੁੰਦਾ ਨਾ ਉਹ ਬਹੁਤ ਜ਼ਰੂਰੀ ਹੁੰਦਾ ਜੀ ਤੇ ਉਹਦੇ ਵਿੱਚ ਯਾਨੀ ਕਿ ਜਿੱਦਾਂ ਮਤਲਬ ਕਾਰ ਹੈ ਕਰ ਭਰ ਤਰ ਇਦਾਂ ਦਾ ਖਾਕ ਹੈ ਰਾਤ ਹੈ ਦਾ ਖਾਕ ਤੇ ਰਾਤ ਇਹ ਕੰਮ ਚਲਾਊਗਾ ਜੀ ਇਹ ਵੈਸੇ ਮਤਲਬ ਜਿਹੜਾ ਹੈਗਾ ਆ ਖਾਕ ਦੇ ਨਾਲ ਵਕਤ ਆ ਸਕਦਾ ਰਾਤ ਨਹੀਂ ਆ ਸਕਦਾ ਜੀ ਤੇ ਇਹੋ ਜਿਹੀਆਂ ਵਿੱਚ ਖਾਮੀਆਂ ਸੀਗੀਆਂ ਤੇ ਉਹ ਕਹਿੰਦੇ ਵੀ ਤੁਹਾਡੇ ਜਿਹੜੇ ਕਾਫੀ ਹੈ ਨਾ ਉਹ ਵਿੱਚ ਮਤਲਬ ਨੇ ਠੀਕ ਨਹੀਂ ਹੈਗੇ ਇਹ ਤੁਹਾਨੂੰ ਧਿਆਨ ਦੇਣਾ ਚਾਹੀਦਾ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਨੂੰ ਤੁਸੀਂ ਆਪਣਾ ਸ਼ਾਗਿਰਦ ਬਣਾ ਲਓ ਮੈਂ ਤੁਹਾਨੂੰ ਮਤਲਬ ਪੈਰੀ ਹੱਥ ਲਾਉਣਾ ਤੇ ਮੈਨੂੰ ਤੁਸੀਂ ਜੋ ਤੁਹਾਡਾ ਹੈਗਾ ਸਗਨ ਬਹਾਰ ਹੁੰਦਾ ਤੇ ਉਹ ਮੈਂ ਕਰ ਦਿੰਦਾ ਉਹ ਕਹਿੰਦੇ ਵੀ ਤੂੰ ਬਹੁਤ ਦੂਰ ਦਾ ਹੈਗਾ ਵੀ ਮਤਲਬ ਤਰੀਕੇ ਦਾ ਬਹੁਤ ਦੂਰ ਆ ਤੂੰ ਹੈਗਾ ਮਤਲਬ ਭੋਪੁਰ ਆਦਮਪੁਰ ਲਾਗੇ ਦਾ ਵੀ ਇਹ ਤਾਂ ਲਾਗੇ ਤੁਹਾਡੇ ਬੰਦੇ ਹੋਰ ਬਹੁਤ ਹੈਗੇ ਆ ਪੁਰਾਣੇ ਲਿਖਣ ਵਾਲੇ ਵੀ ਇਹ ਗੱਲਾਂ ਉਹ ਸਿਖਾ ਸਕਦੇ ਆ ਵੀ ਤੁਸੀਂ ਉਹਨਾਂ ਦੀ ਸੰਗਤ ਕਰੋ ਜਾ ਕੇ ਜੀ ਤੇ ਚਲੋ ਮਤਲਬ ਸਮਾਂ ਚੱਲਦਾ ਗਿਆ ਤੇ ਮੈਨੂੰ ਰੇਡੀਓ ਤੇ 78 ਚ ਮੌਕਾ ਮਿਲ ਗਿਆ ਤੇ ਉੱਥੇ ਜਾਨੀ ਜਿਹੜੇ ਜਿਹਨੂੰ ਬਾਬਾ ਬੋੜ ਹੀ ਕਹਿ ਸਕਦੇ ਆ ਡਾਕਟਰ ਜਗਤਾਰ ਆਪਣੇ ਸੁਰਜੀਤ ਪਾਤਰ ਮਤਲਬ ਆਰਫ ਗੋਬਿੰਦਪੁਰੀ ਉਲਫਤ ਬਾਜਵਾ ਰਿੰਦਰ ਪਰਦੇਸੀ ਜੀ ਇਹ ਸਾਰਿਆਂ ਦੇ ਨਾਲ ਫਿਰ ਮੈਨੂੰ ਸਮੇਂ ਦੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਤੇ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਮਤਲਬ ਮਨ ਚਾਹਤ ਹੋਵੇ ਤਾਂ ਸਿੱਖਣਾ ਆਪਾਂ ਗੁਣ ਕਿਸ ਤੋਂ ਵੀ ਲੈ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਤੋਂ ਬੜੀ ਨਿਮਰਤਾ ਨਾਲ ਜ਼ਿੰਦਗੀ ਦੇ ਨਾਲ ਜਿਹੜੀ ਗੱਲ ਨਹੀਂ ਸੀ ਪਤਾ ਉਹਨੂੰ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਤੇ ਉਹ ਫਿਰ ਆਪਣੇ ਆਪ ਹੀ ਯਾਨੀ ਕਿ ਲਿਖਤ ਵਿੱਚ ਨਿਖਾਰ ਆਉਂਦਾ ਗਿਆ ਜੀ ਨਾਲੇ ਨਾਲ ਦੀ ਨਾਲ ਉਹ ਸਾਹਿਤ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ ਉਹ ਜਿਹੜੀ ਆ ਗਿਆਨ ਹੁੰਦਾ ਗਿਆ ਜਿਹੜੇ ਕਾਫੀ ਅਰਦੀ ਵਿੱਚ ਜਦੋਂ ਤੁਸੀਂ ਮਿਲਾਉਂਦੇ ਸੀਗੇ ਉਹ ਆਵਾਜ਼ ਦੇ ਹਿਸਾਬ ਨਾਲ ਤਾਂ ਮਿਲਾ ਲੈਂਦੇ ਸੀਗੇ ਪਰ ਜਿਹੜੀ ਵਿਆਕਰ ਦੇ ਹਿਸਾਬ ਨਾਲ ਜਾਂ ਰੂਜ ਦੇ ਹਿਸਾਬ ਨਾਲ ਟੈਕਨੀਕ ਤੇ ਜਿਹੜੀ ਉਹ ਗਲਤ ਹੁੰਦੀ ਸੀਗੀ ਤਾਂ ਉਹ ਤੁਸੀਂ ਸੁਧਾਰ ਕਰ ਲਿਆ ਉਸ ਦੇ ਵਿੱਚ ਹੀ ਉਹਦਾ ਸੁਧਾਰ ਦਾ ਮਤਲਬ ਜਿਹੜਾ ਅੱਜ ਨਤੀਜਾ ਜਿਹੜਾ ਤੁਸੀਂ ਇੱਕ ਚੰਗੇ ਸਾਹਿਤਕਾਰ
ਚੰਗੇ ਨਾਮਵਰ ਕਵੀ ਦੇ ਵਿੱਚ ਸੰਸਥਾਵਾਂ ਦੇ ਵਿੱਚ ਗਿਣਤੀ ਤੁਹਾਡੀ ਆਉਂਦੀ ਆ ਨਾ। ਜਿੱਥੇ ਵੀ ਤੁਸੀਂ ਸੰਸਥਾ ਵਿੱਚ ਕਿਸੇ ਦੀ ਜਾਂਦੇ ਹੋ ਤਾਂ ਉੱਥੇ ਤੁਹਾਡਾ ਨਾਂ ਜਿਹੜਾ ਸਤਿਕਾਰ ਤੇ ਮਾਣ ਨਾਲ ਲਿਆ ਜਾਂਦਾ। ਤੇ ਗੱਲ ਨਾਲ ਦੀ ਨਾਲ ਆਪਾਂ ਚੱਲਦੇ ਆ, ਜਿੱਦਾਂ ਹੁਣ ਇੱਕ ਆਪਾਂ ਇਹ ਪ੍ਰੋਗਰਾਮ ਦੇ ਵਿੱਚ ਕਵੀ ਦੇ ਬਾਰੇ ਤਾਂ ਜਾਣਦੇ ਆ, ਕਵੀ ਦੀ ਕਵਿਤਾ ਬਾਰੇ ਵੀ ਜਾਣਦੇ। ਹੁਣ ਆਪਾਂ ਤੁਹਾਡੇ ਪਰਿਵਾਰ ਬਾਰੇ ਵੀ ਗੱਲ ਕਰ ਲੈਂਦੇ ਆ। ਜਿਹੜੀ ਆ ਰੂਪਲਾਲ ਜੀ ਹੁਣੀ ਕਦੋਂ ਪੈਦਾ ਹੁੰਦੇ ਆ ਤੇ ਕਿੱਥੇ ਉਹਨਾਂ ਦਾ ਜਨਮ ਜਿਹੜਾ ਬਚਪਨ ਗੁਜ਼ਰਦਾ? ਮੇਰਾ ਜਨਮ ਜੋ ਸਰਕਾਰੀ ਰਿਕਾਰਡ ਆ ਉਹ ਹੈ 10/1/1955 ਜੀ। ਤੇ ਮੇਰਾ ਪਿੰਡ ਭੇੜਾ ਆਦਮਪੁਰ ਦੇ ਲਾਗੇ ਪੈਂਦਾ ਤੇ ਉੱਥੇ ਮਤਲਬ ਸਾਡੇ ਮਾਪੇ ਮਾਈਗ੍ਰੇਟ ਹੋ ਕੇ ਪਾਕਿਸਤਾਨ ਤੋਂ ਆਏ ਸੀ ਤੇ ਉੱਥੇ ਬਸ ਗਏ ਤੇ ਖੇਤੀਬਾੜੀ ਕਰਦੇ ਸੀ। ਤੇ ਬਸ ਇੱਕ ਗਰੀਬ ਪਰਿਵਾਰ ਦੇ ਵਿੱਚ, ਜਾਣੀ ਕਿ ਲਗਭਗ ਗਰੀਬ ਦੇ ਸਾਰੇ ਹੁੰਦੀ ਸੀ, ਤੇ ਉਹ ਗਰੀਬ ਪਰਿਵਾਰ ਦੇ ਵਿੱਚ ਪਾਲਣਾ ਪੋਸ਼ਣਾ ਹੋਈ ਤੇ ਜਨਮ ਤੋਂ ਹੀ ਜੋ ਸੰਭਾਲੀ ਆ। ਡੰਗਰ ਵੀ ਚਾਰੇ, ਮਤਲਬ ਹਲ ਵੀ ਵਾਹਿਆ, ਮਤਲਬ ਖੂਹ ਵੀ ਹੱਕਿਆ, ਫਲੀ ਵੀ ਵਾਹੇ, ਮਤਲਬ ਸਾਰੇ ਕੰਮ ਕਰਦੇ ਰਹੇ ਘਰਦਿਆਂ ਨਾਲ। ਤੇ ਸਮੇਂ ਹਾਲਾਤ ਬਦਲ ਗਏ ਤੇ ਫਿਰ ਸਾਡੇ ਲਾਗੇ ਪ੍ਰਾਇਮਰੀ ਸਕੂਲ ਹੁੰਦੇ ਸੀਗੇ, ਮਤਲਬ ਦੂਸਰੇ ਪਿੰਡ, ਤੇ ਉੱਥੋਂ ਮਤਲਬ ਜਿਹੜੀ ਪ੍ਰਾਇਮਰੀ ਪਾਸ ਕੀਤੀ। ਤੇ ਸ਼ਾਮ 84 ਜਦੋਂ ਹਾਇਰ ਸੈਕੰਡਰੀ ਹੁੰਦੀ ਸੀ, ਹੁਣ +2 ਆ ਗਿਆ, ਜਦੋਂ ਹਾਇਰ ਸੈਕੰਡਰੀ ਹੁੰਦੀ ਸੀ ਸ਼ਾਮ 84 ਸਕੂਲ ਸੀ, SD ਸੀਨੀਅਰ ਸੈਕੰਡਰੀ ਸਕੂਲ, ਉੱਥੋਂ ਮੈਂ ਹਾਇਰ ਸੈਕੰਡਰੀ ਪਾਸ ਕੀਤੀ। ਤੇ ਡਰੋਲੀ ਕਾਲਜ ਪਿੰਡ ਦਾ ਸੀ ਤੇ ਉਦੋਂ ਮਤਲਬ ਏਡੇ ਪੈਸਾ ਨਹੀਂ ਸੀ ਕੋਲ ਹੁੰਦਾ ਵੀ ਸ਼ਹਿਰਾਂ ਵਿੱਚ ਜਾ ਕੇ ਖਰਚ ਕਰ ਸਕਦੇ, ਤੇ ਤਾਂ ਉਹ ਫਿਰ ਕਾਲਜ ਬਣ ਗਿਆ, ਸਾਡੀ ਕਿਸਮਤ ਚੰਗੀ ਲਾ ਲਓ। ਤੇ ਉਹਦੇ ਨਾਲ ਫਿਰ ਪੇਂਡੂ ਕਾਲਜ ਮਿਲ ਗਿਆ ਤੇ ਉੱਥੇ ਜਾ ਕੇ ਅਸੀਂ BA ਕਰ ਲਈ। ਠੀਕ ਹੈ। ਤੇ ਇਸ ਤਰ੍ਹਾਂ ਮਤਲਬ ਲਾਈਫ ਨੂੰ ਸ਼ੁਰੂਆਤ ਹੋਈ। ਉੱਥੇ ਖਰਚਾ ਵੀ ਘੱਟ ਸੀਗਾ ਤੇ ਉਹ ਜਿਹੜਾ ਪਿੰਡ ਦੇ ਆਉਣ ਜਾਣ ਦਾ ਵੀ ਸਾਧਨ ਸੀਗਾ, ਕੋਈ ਲੱਗ ਗਏ ਸੀ, ਉਹਦੇ ਕਰਕੇ ਤੁਹਾਡੇ BA ਹੋ ਗਏ। ਉਸ ਤੋਂ ਬਾਅਦ ਫਿਰ B.Ed ਕੀਤੀ ਜਾਂ MA ਵੀ ਕੀਤੀ ਹੋਣੀ ਆ? ਹਾਂਜੀ, B.Ed ਕੀਤੀ ਮੈਂ ਫਗਵਾੜੇ ਰਾਮਗੜ੍ਹੀਆ ਕਾਲਜ ਤੋਂ ਜੀ। ਤੇ ਉਸ ਤੋਂ ਬਾਅਦ ਮਤਲਬ ਆਪਣਾ MA ਮੈਂ ਕੀਤੀ ਆ ਸਰਵਿਸ ਵਿੱਚ ਆਣ ਕੇ ਜੀ। ਮੈਨੂੰ B.Ed ਕਰਦਿਆਂ ਨੂੰ ਹੀ ਲਾਸਟ ਦਿਨਾਂ 'ਚ ਜੋਬ ਮਿਲ ਗਈ ਸੀ ਕਿਸੇ ਹੋਰ ਮਹਿਕਮੇ ਵਿੱਚ, ਟੀਚਿੰਗ ਲਾਈਨ 'ਚ ਮੈਂ ਬਾਅਦ 'ਚ ਆਇਆ ਜੀ ਜੀ। ਤੇ ਪਹਿਲਾਂ ਜਿਹੜੀ ਨੌਕਰੀ ਦੀ ਸ਼ੁਰੂਆਤ ਹੁੰਦੀ ਹੈ ਕਿਸ ਮਹਿਕਮੇ ਤੋਂ ਹੁੰਦੀ ਹੈ, ਉੱਥੇ ਕਿੰਨਾ ਚਿਰ ਕੰਮ ਕੀਤਾ ਤੇ ਉਸ ਤੋਂ ਬਾਅਦ ਇੱਧਰ ਆਣਾ ਟੀਚਿੰਗ ਲਾਈਨ ਦੇ ਵਿੱਚ? ਹਾਂਜੀ, ਉਹ ਸੀ ਸਟੈਟਿਸਟੀਕਲ ਡਿਪਾਰਟਮੈਂਟ ਪੰਜਾਬ ਸਰਕਾਰ ਦਾ, ਅੰਕੜਾ ਵਿਭਾਗ ਬੋਲਦੇ ਉਹਨੂੰ ਅੱਜ ਕੱਲ੍ਹ। ਤੇ ਉਹਦੇ ਵਿੱਚ ਮੈਨੂੰ ਖੇਤਰ ਸਹਾਇਕ ਦੀ ਜੋਬ ਮਿਲੀ ਸੀ ਕੋਟਕਪੂਰਾ ਜੀ। ਤੇ ਉੱਥੇ ਮੈਂ 2.5 ਸਾਲ ਕੰਮ ਕੀਤਾ ਤੇ 2.5 ਸਾਲਾਂ ਬਾਅਦ ਫਿਰ ਮੇਰੀ ਇੱਧਰ ਜੋਬ ਆ ਗਈ ਦੂਏ ਵਿੱਚ, ਆਪਣੇ ਐਜੂਕੇਸ਼ਨ ਦੇ ਵਿੱਚ ਪੋਸਟਿੰਗ ਹੋ ਗਈ ਮੇਰੀ, ਮੰਨ ਲਓ ਅਪਾਇੰਟਮੈਂਟ ਹੋ ਗਈ ਤੇ ਉਹ ਫਿਰ ਮੈਂ ਰਿਜ਼ਾਈਨ ਦੇ ਕੇ ਇੱਧਰ ਆ ਗਿਆ ਸੀਗਾ। ਪਹਿਲਾਂ ਅਧਿਆਪਕ ਤੋਂ ਸ਼ੁਰੂ ਜਿਹੜਾ ਆਪਣਾ ਤੁਸੀਂ ਜਿਹੜਾ ਤੁਹਾਡਾ ਨੌਕਰੀ ਪੇਸ਼ਾ ਦਾ ਸ਼ੁਰੂ ਹੁੰਦਾ ਅਧਿਆਪਕ ਤੋਂ ਹੁੰਦਾ, ਤੇ ਪਹਿਲੀ ਜਿਹੜੀ ਅਪਾਇੰਟਮੈਂਟ ਸੀ ਕਿਸ ਸਕੂਲ ਦੇ ਵਿੱਚ ਹੁੰਦੀ? ਉਹ ਸੀ ਮੇਰੀ ਅਪਾਇੰਟਮੈਂਟ ਪਹਿਲੀ ਹੋਈ ਆ, ਮੈਂ ਜੁਆਇਨ ਕੀਤਾ 1/12/1979 ਨੂੰ ਸਰਕਾਰੀ ਹਾਈ ਸਕੂਲ ਉਮਰਪੁਰ ਕਲਾਂ ਨੂਰਮਹਿਲ ਦੇ ਲਾਗੇ ਜੀ। ਤੇ ਉੱਥੇ ਮਤਲਬ ਉਦੋਂ ਦਰਅਸਲ ਨਾ ਜਿਹੜੀ ਜੋਬ ਇੰਨਾ, ਹੁਣ ਤਾਂ ਪੋਸਟਾਂ ਬੇਸ਼ੁਮਾਰ ਖਾਲੀ ਪਈਆਂ, ਉਦੋਂ ਪੋਸਟ ਹੁੰਦੀ ਨਾ ਸੀ। ਤੇ ਉਹ ਸਾਨੂੰ ਕੰਮ ਚਲਾਊ ਅਧਿਆਪਕ ਰੱਖਿਆ, ਜਿਹੜੇ ਲੇਡੀਜ਼ ਮੈਟਰਨਿਟੀ ਲੀਵ ਤੇ ਚਲ ਜਾਂਦੀਆਂ ਸੀ ਜੀ ਜੀ, ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਲਾਸ ਨਾ ਹੋਵੇ ਤੇ ਸਾਨੂੰ ਉਹਨਾਂ ਤੋਂ ਲਾਉਂਦੇ ਸੀ। ਕਿਤੇ 1.5 ਮਹੀਨਾ ਲੱਗਣਾ, ਕਿਤੇ 2 ਮਹੀਨੇ, ਛੁੱਟੀ ਹੁੰਦੀ 3 ਮਹੀਨੇ ਦੀ, ਹੁਣ 6 ਮਹੀਨੇ ਦੀ ਮਿਲਦੀ ਆ ਜੀ ਜੀ। ਤੇ ਉਹ 3 ਮਹੀਨਿਆਂ ਦੇ ਵਿੱਚ ਮਤਲਬ ਕਿਸੇ 15 ਦਿਨ ਲੰਘ ਜਾਣੇ, ਮਤਲਬ ਕਹਿਣ ਦਾ ਭਾਵ ਆ ਕਿ 2-2.5 ਮਹੀਨੇ ਸਕੂਲ 'ਚ ਮੈਂ ਲਾਏ 6 ਸਕੂਲਾਂ ਵਿੱਚ ਜੀ ਜੀ। ਏਦਾਂ ਸਾਲ ਲੱਗਾ, ਉਹਦੇ ਬਾਅਦ ਫਿਰ ਸਾਨੂੰ ਖਾਲੀ ਪੋਸਟ ਮਿਲੀ ਬਾਅਦ ਦੇ ਵਿੱਚ ਜੀ। ਉਸ ਤੋਂ ਬਾਅਦ ਫਿਰ ਪੱਕੀ ਨੌਕਰੀ ਹੋ ਗਈ, ਸ਼ੁਰੂ ਹੋ ਜਾਂਦੀ ਹੈ। ਤੇ ਪੜ੍ਹਾਉਣ ਦੇ ਨਾਲ ਤੁਹਾਡਾ ਬੱਚਿਆਂ ਨਾਲ ਜਿਹੜਾ ਸੰਬੰਧ ਰਿਹਾ ਜ਼ਿਆਦਾਤਰ, ਤੇ ਉਹ ਬੱਚਿਆਂ ਦੇ ਨਾਲ ਬੱਚੇ ਜਿਹੜੇ ਬਾਲ ਸਾਹਿਤ ਦੀ ਵੀ ਰਚਨਾ ਕੀਤੀ ਉਦੋਂ, ਕਿ ਜਿਹੜੀ ਰਚਨਾਵਾਂ ਤਾਂ ਤੁਹਾਡੀ ਜਿਹੜੀ ਸਿਰਜਣ ਜਿਹੜੀ ਪ੍ਰਕਿਰਿਆ ਸੀਗੀ ਚੱਲਦੀ ਰਹਿੰਦੀ ਸੀ, ਤੇ ਬੱਚਿਆਂ ਦੇ ਨਾਲ ਸੰਬੰਧਿਤ ਕੋਈ ਬੱਚੇ ਇਸ ਤਰ੍ਹਾਂ ਦੇਖਦੇ ਬਹੁਤ ਸੋਹਣਾ ਲੱਗਿਆ ਬੱਚਾ, ਇੱਥੇ ਕਵਿਤਾ ਲਿਖਣੀ ਜਾਂ ਬੱਚਿਆਂ ਨੂੰ ਸੁਣਾਉਣ ਲਈ ਕੁਛ ਇਸ ਤਰ੍ਹਾਂ ਦਾ ਵੀ ਉਪਰਾਲਾ ਕੀਤਾ ਫਿਰ ਉਸ ਸਮੇਂ ਦੌਰਾਨ? ਹਾਂ, ਮੈਂ ਬਾਲ ਸਾਹਿਤ, ਬਾਲ ਕਵਿਤਾਵਾਂ ਲਿਖੀਆਂ, ਉਹ ਛਪੀਆਂ ਵੀ ਆ। ਤੇ ਜਿਹੜੇ ਮਤਲਬ ਸੋ ਕਾਲ ਜਿਹਨੂੰ ਮਾਡਲ ਸਕੂਲ ਬੋਲਦੇ ਆ, ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੁਸਤਕਾਂ ਹੈਗੀਆਂ, ਉਹਨਾਂ ਦੇ ਵਿੱਚ ਮੇਰੀਆਂ ਕਵਿਤਾਵਾਂ ਲੱਗੀਆਂ। ਇਹ ਦਾ ਭਾਰਤਮਾ ਅਸੀਂ ਬਾਲਕ ਤੇਰੇ ਵਾਰਸ ਹਾਂ ਜੀ, ਇਹ ਕਵਿਤਾ ਜਿਹੜੀ ਕਿ ਬਹੁਤ ਸਾਰੇ ਮਤਲਬ ਸਕੂਲਾਂ ਦੇ ਵਿੱਚ ਲਾਈ ਗਈ ਪੰਜਾਬੀ ਦੇ ਵਿੱਚ। ਤੇ ਦੂਜੀ ਜਮਾਤ ਤੋਂ ਲੈ ਕੇ 7ਵੀਂ ਜਮਾਤ ਤੱਕ ਮੇਰੀਆਂ ਕਵਿਤਾਵਾਂ ਵੱਖ-ਵੱਖ ਪੰਜਾਬੀ ਦੀਆਂ ਪੁਸਤਕਾਂ ਵਿੱਚ ਮੇਰੀਆਂ ਛਪਦੀਆਂ ਰਹੀਆਂ, ਪੜ੍ਹਦੇ ਰਹੇ ਬੱਚੇ ਮਤਲਬ ਜੀ ਜੀ। ਇਸ ਗੱਲ ਦਾ ਮੈਨੂੰ ਮਾਣ ਵੀ ਰਿਹਾ। ਮੈਂ ਤਨ ਗਿਆ DO ਬਣ ਕੇ, ਤੇ ਉੱਥੇ ਜਦੋਂ ਪਤਾ ਲੱਗਾ ਵੀ ਮੇਰਾ ਰੂਪ ਆ, ਤੇ ਉਹਦੇ ਬੱਚੇ ਅਧਿਆਪਕਾਂ ਦੇ ਜਾਂ ਹੋਰ ਪੜ੍ਹਦੇ ਸੀ, ਤਾਂ ਉਹਨਾਂ ਨੂੰ ਦੇਖਿਆ ਵੀ ਇਹਨਾਂ ਦੀ ਕਵਿਤਾ ਲੱਗੀ ਸਾਡੇ ਸਿਲੇਬਸ ਦੇ ਜੀ ਜੀ, ਤੇ ਉਹਦਾ ਇਮੇਜ ਦਾ ਫਰਕ ਪੈਂਦਾ ਜੀ। ਬਿਲਕੁਲ ਜੀ। ਹਾਂ ਤੇ ਰੂਪਲਾਲ ਜੀ, ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਆਪਾਂ ਤੁਹਾਡੀ ਜ਼ਿੰਦਗੀ ਬਾਰੇ, ਤੁਹਾਡੇ ਸਾਹਿਤ ਬਾਰੇ ਗੱਲ ਕਰਾਂਗੇ। ਤੇ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਦਰਸ਼ਕੋ, ਤੁਸੀਂ ਕਿਤੇ ਨਹੀਂ ਜਾਣਾ, ਆਪਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦੀ ਹੀ ਮਿਲਦੇ ਹਾਂ। ਇਸ ਤਰ੍ਹਾਂ ਜੁੜੇ ਰਹੋ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ,
ਰੈਫਰੀਜਰੇਟਰ ਐਂਡ ਡਰਾਈ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਇਨਕਮ ਟੈਕਸਸ ਸਿੰਗਲ, ਮੈਰਿਡ, ਨਿਆਣੇ ਛੋਟੇ ਵੱਡੇ, ਕਾਲਜ ਜਾਂਦੇ ਆ, ਅਰਨ ਇਨਕਮ ਕ੍ਰੈਡਿਟ, ਐਲੀਜੀਬਲ ਹੋ, it can be a complicated issue. Get it done professionally and filing it electronically. Come to a person with more than 20 years of experience. ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਗਡੂਰਾ ਰੀਅਲ ਐਸਟੇਟ ਅਤੇ ਗਡੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ। ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਡੂਰਾ ਰੀਅਲ ਐਸਟੇਟ। ਇਸ ਕੋਲ ਭਰੋਸੇਮੰਦ ਰੀਅਲ ਐਸਟੇਟ ਏਜੰਟਾਂ ਦੀ ਟੀਮ ਹੈ। ਕਾਲ ਵਿਨੋਦ ਗਡੂਰਾ 9176828560। ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ। ਗਡੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ। Call Vineet Gadura MBA, President and Owner, Gadura Mortgage, number 7186400444। ਗਲੋਬਲ ਫਰਾਈਟ ਕੈਰੀਅਰ ਇੰਕ, ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ। ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟ ਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਜੀ। ਪ੍ਰੋਗਰਾਮ ਚੱਲ ਰਿਹਾ ਹੈ ਖਾਸ ਮੁਲਾਕਾਤ। ਅੱਜ ਦੇ ਸਾਡੇ ਮਹਿਮਾਨ ਨੇ ਰੂਪਲਾਲ ਰੂਪ ਜੀ। ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਕਵਿਤਾ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਰੂਪਲਾਲ ਜੀ, ਗੱਲ ਚੱਲ ਰਹੀ ਸੀ ਪੜ੍ਹਾਈ ਲਿਖਾਈ ਦੀ। ਤੁਹਾਡੇ ਫਿਰ ਬੱਚਿਆਂ ਨੂੰ ਕਵਿਤਾਵਾਂ ਜਿਹੜੀਆਂ ਤੁਸੀਂ ਉਹ ਤੋਂ ਡੀਓ ਬਣ ਕੇ ਚੱਲ ਗਏ, ਤਰਨ ਦੀ ਗੱਲ ਕੀਤੀ ਸੀਗੀ, ਅਤੇ ਉਹਨਾਂ ਦੇ ਪੇਰੈਂਟਸ ਜਿਹੜੇ ਆ ਦੇਖੇ ਵੀ ਇਹ ਤਾਂ ਸਾਡੇ ਜਿਹੜੇ ਆ ਇਹਨਾਂ ਦੀ ਕਿਤਾਬਾਂ ਲੱਗੀਆਂ ਹੋਈਆਂ ਜਾਂ ਕਵਿਤਾ ਪੜ੍ਹ ਰਹੇ ਆ ਤਾਂ ਸਾਡੇ ਹੋਈ ਸਾਰੇ ਆ, ਉਹਨਾਂ ਨੂੰ ਪ੍ਰਭਾਵ ਵੀ ਪਿਆ ਹੋਊਗਾ, ਵਧੀਆ ਪ੍ਰਭਾਵ ਤੁਹਾਡੇ ਜਾਂਦਾ ਹੋਊਗਾ। ਇੱਕ ਸਾਹਿਤਕਾਰ ਨੂੰ ਇੱਕ ਵਧੀਆ ਉਹਨਾਂ ਨੂੰ ਰਿਸਪੈਕਟੇਬਲ ਹੋਊਗਾ ਤੁਸੀਂ। ਅਤੇ ਕਦੀ ਜਦੋਂ ਆਪਾਂ ਪੜ੍ਹਾਈ ਲਿਖਾਈ ਦੀ ਗੱਲ ਕਰਦੇ ਹਾਂ ਜਾਂ ਆਪਾਂ ਪੜ੍ਹਾਈ ਲਿਖਾਈ ਦੇ ਨਾਲ ਤੁਹਾਡੇ 'ਤੇ ਆ ਜਾਂਦੇ ਹਾਂ, ਜਦੋਂ ਤੁਸੀਂ ਪੜ੍ਹਦੇ ਸੀ, ਇਹ ਤਾਂ ਬੱਚਿਆਂ ਨੂੰ ਪੜ੍ਹਾਈਆਂ ਤੁਸੀਂ ਕਵਿਤਾਵਾਂ ਤੁਹਾਡੀਆਂ ਲਿਖੀਆਂ ਬੱਚੇ ਪੜ੍ਹਦੇ ਸੀ, ਤੁਸੀਂ ਵੀ ਇਸ ਮੌਕੇ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀ ਕਾਲਜ ਟਾਈਮ ਦੇ ਕੋਈ ਇੱਦਾਂ ਦਾ ਗੀਤ ਕਵਿਤਾ ਲਿਖੀ ਸੀਗੀ ਜਿਹੜੀ ਆ ਸਾਰਿਆਂ ਨੂੰ ਉਦੋਂ ਤੁਹਾਡੇ ਸੰਗੀ ਸਾਥੀਆਂ ਨੂੰ, ਵਿਦਿਆਰਥੀਆਂ ਨੂੰ ਜਾਂ ਟੀਚਰਾਂ ਨੂੰ ਪਸੰਦ ਆਈ ਹੋਵੇ, ਜਾਂ ਕਿਸੇ ਪ੍ਰੋਗਰਾਮ 'ਤੇ ਗਏ ਜਾਂ ਟੂਰ 'ਤੇ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੇ ਆ, ਕੋਈ ਇੱਦਾਂ ਦੀ ਹੈ ਤੁਹਾਡੇ ਵੀ ਮਨ ਦੇ ਵਿੱਚ ਉਹ ਕੋਈ ਇੱਦਾਂ ਦੀ ਜਿਹੜੀ ਯਾਦ ਹੋਵੇ? ਹਾਂ, ਕਵਿਤਾਵਾਂ ਤੇ ਬਹੁਤ ਸਾਰੀਆਂ ਮੈਂ ਸਟੇਜਾਂ 'ਤੇ ਗਾਉਂਦਾ ਰਿਹਾ, ਪੜ੍ਹਦਾ ਰਿਹਾ, ਤੇ ਵਾਹਵਾ ਵੀ ਹੁੰਦੀ ਰਹੀ ਆ। ਸਾਥੀ ਤੇ ਸਾਥਣਾ ਕਹਿੰਦੇ ਰਹੇ ਆ, ਸੰਗਦੇ ਰਹੇ ਆ ਜੀ। ਤੇ ਇੱਕ ਮੈਂ ਘਟਨਾ ਸਾਂਝੀ ਕਰਨੀ ਚਾਹੂੰਗਾ ਵੀ ਸਾਡਾ 1977 ਵਿੱਚ ਟੂਰ ਗਿਆ ਮਸੂਰੀ ਜੀ। ਅਸੀਂ ਬੀਐਡ ਕਰਦੇ ਸੀ ਜੀ। ਉੱਥੇ ਜਦੋਂ ਦੇ ਸਮੇਂ ਦੀ ਗੱਲ ਆ, ਉਦੋਂ ਕੁੜੀਆਂ ਮੁੰਡਿਆਂ ਦੀ ਇੱਕ ਵਿੱਥ ਹੁੰਦੀ ਸੀ ਤੇ ਬੜਾ ਅਟੈਚਮੈਂਟ ਲਾਗੇ ਤੇ ਬੈਠ ਨਹੀਂ ਸਕਦੇ ਸੀ ਜੀ।
ਤੇ ਕੋਈ ਸ਼ਰਮ ਹਿਆ ਹੁੰਦੀ ਸੀ। ਹੁਣ ਤਾਂ ਜ਼ਮਾਨਾ ਚੇਂਜ ਹੋ ਗਿਆ ਤੇ ਉਹਦਾ ਦੂਰੋਂ ਦੂਰੋਂ ਬਲਬਲੇ ਸਭ ਦੇ ਹੁੰਦੇ ਆ ਜੀ ਤੇ ਮਨ ਦੇ ਵਿੱਚ ਬੜੇ ਹਾਵ ਭਾਵ ਮੁੰਡੇ ਮੁੰਡੇ ਗੱਲਾਂ ਕਰ ਲੈਂਦੇ ਆ। ਬਿਲਕੁਲ। ਤੇ ਅਸੀਂ ਟੂਰ ਤੇ ਜਾਂਦੇ ਸੀ ਤੇ ਗੱਡੀ ਵਿੱਚ ਰਾਤ ਬੀਤੀ ਤੇ ਕੁੜੀਆਂ ਵੱਖਰਾ ਗਾਉਂਦੀਆਂ ਰਹੀਆਂ, ਮੁੰਡੇ ਵੱਖਰਾ ਮਤਲਬ ਆਪਣਾ ਤੰਬੜਦਾਸਾ ਕਰਦੇ ਰਹੇ ਜੀ ਜੀ। ਤੇ ਉੱਥੇ ਜਦੋਂ ਮਸੂਰੀ ਗਏ ਅਸੀਂ ਤੇ ਉੱਥੇ ਸਾਡਾ ਸਟੇ ਸੀ 2 ਦਿਨ ਦਾ ਤੇ ਉੱਥੇ ਮੁੰਡੇ ਮੈਨੂੰ ਚੈਲੰਜ ਦੇਤਾ ਵੀ ਅੱਜ ਅਸੀਂ ਟੂਰ ਤੇ ਕਬਜ਼ਾ ਛੋੜੀ ਆ ਜੀ ਅੱਜ ਦੇ ਮਾਹੌਲ ਤੇ। ਅੱਜ ਤੇ ਮਾਹੌਲ ਤੇ ਮੈਂ ਪ੍ਰਵਾਨ ਕਰ ਲਿਆ ਤੇ ਉਦੋਂ ਇੱਕ ਬੜਾ ਚਸਤ ਗੀਤ ਹੁੰਦਾ ਸੀ ਭਾਨ ਸਿੰਘ ਮਾਹੀ ਦਾ ਜੀ ਤੇ ਉਹ ਸੀਗਾ ਤੇਰੀ ਦੀਦ ਦੀਆਂ ਅੱਖੀਆਂ ਤਿਹਾਈਆਂ ਰਾਂਝਣਾ ਤਿਹਾਈਆਂ ਰਾਂਝਣਾ ਸਾਨੂੰ ਲਾਉਣੀਆਂ ਵਜਾਉਣੀਆਂ ਨਾਈਆਂ ਰਾਂਝਣਾ ਕੋਈ ਇਦਾਂ ਦੇ ਵਰਡਿੰਗ ਹੁੰਦੀ ਸੀ ਉਹਦੀ ਜੀ ਜੀ। ਉਹ ਬੜਾ ਪਿਆਰਾ ਬਹਿਰ ਹੁੰਦਾ ਸੀ ਤੇ ਮੈਂ ਉਸ ਬਹਿਰ ਦੇ ਵਿੱਚ ਸੈਟਿੰਗ ਕੀਤੀ ਤੇ ਸਾਡੇ ਹੋਟਲ 'ਚ ਸਟੇ ਹੋਇਆ ਸੀ। ਰਾਤ ਨੂੰ ਫਿਰ ਮਹਿਫਲ ਲੱਗੀ ਚਾਂਦੀ ਚਾਨਣੀ ਵਿੱਚ ਹੋਟਲ ਦੇ ਬਾਹਰ, ਸੈਲੀਬ੍ਰੇਟਡ ਹੋਟਲ ਮਸੂਰੀ ਦੇ ਬਾਹਰ ਤੇ ਸੀ ਦਾ ਮੁੰਡੇ ਅਸੀਂ ਸਾਰੇ ਜੀ ਜੀ। ਪਰ ਕੁੜੀਆਂ ਤਾਕਿਆਂ ਥੜੇ ਸੁਣਦੀਆਂ ਰਹੀਆਂ। ਠੀਕ ਹੈ ਜੀ। ਉਹ ਬੜਾ ਪਿਆਰਾ ਗੀਤ ਫਿਰ ਕੁੜੀਆਂ ਨੇ ਮੇਰੇ ਤੋਂ ਬਾਅਦ ਵਿੱਚ ਉਹ ਗੱਡੀ ਸੁਣਿਆ ਬਾਰ-ਬਾਰ ਟ੍ਰੇਨ 'ਚ ਵਾਪਸੀ ਸਾਡੀ ਸੀ। ਜੀ ਜੀ। ਮੈਂ ਤੁਹਾਨੂੰ ਉਹ ਗੀਤ ਸ਼ੇਅਰ ਕਰਦਾ ਜੀ ਬਿਲਕੁਲ ਬਿਲਕੁਲ। ਹਾਂਜੀ। ਜਿੰਨਾ ਬਦਲੇ ਸੀ ਜਿੰਦ ਪਾਤ ਪਾਤ ਹੋ ਗਈ, ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ। ਜਿੰਨਾ ਬਦਲੇ ਸੀ ਜਿੰਦ ਪਾਤ ਪਾਤ ਹੋ ਗਈ, ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ। ਉਹਨਾਂ ਸੁਪਨੇ ਦੇ ਵਿੱਚ ਸਾਨੂੰ ਆਣ ਜਗਾਇਆ, ਉਹਨਾਂ ਸੁਪਨੇ ਦੇ ਵਿੱਚ ਸਾਨੂੰ ਆਣ ਜਗਾਇਆ। ਸਾਨੂੰ ਪਹਿਲੀ ਵਾਰੀ ਅੱਜ ਉਹਨਾਂ ਹੱਸ ਕੇ ਬੁਲਾਇਆ, ਸਾਨੂੰ ਪਹਿਲੀ ਵਾਰੀ ਅੱਜ ਉਹਨਾਂ ਹੱਸ ਕੇ ਬੁਲਾਇਆ। ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ, ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ। ਹਾਲ ਦਿਲ ਵਾਲੇ ਪੁੱਛੇ ਹਾਲ ਦਿਲ ਦੇ ਸੁਣਾਏ, ਹਾਲ ਦਿਲ ਵਾਲੇ ਪੁੱਛੇ ਹਾਲ ਦਿਲ ਦੇ ਸੁਣਾਏ। ਉਹਨਾਂ ਪਿਆਰ ਵਾਲੇ ਬਾਗ ਸਾਨੂੰ ਮਹਿਕਦੇ ਦਿਖਾਏ, ਪੌਰਾਂ ਤਿਤਲੀਆਂ ਲਈ ਕਰਾਮਾਤ ਹੋ ਗਈ, ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ। ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ। ਦੇਖੀ ਦੁਨੀਆ ਅਨੋਖੀ, ਦੇਖੇ ਨਵੇਂ ਨਵੇਂ ਰੰਗ, ਕਿਤੋਂ ਡੁੱਲਦਾ ਸੀ ਨੂਰ ਕਿਤੇ ਫੁੱਲਾਂ ਦੀ ਸੁਗੰਧ। ਦੇਖੀ ਦੁਨੀਆ ਅਨੋਖੀ, ਦੇਖੇ ਨਵੇਂ ਨਵੇਂ ਰੰਗ, ਕਿਤੇ ਡੁੱਲਦਾ ਸੀ ਨੂਰ ਕਿਤੇ ਫੁੱਲਾਂ ਦੀ ਸੁਗੰਧ। ਅੰਬਰਾਂ ਤੋਂ ਹੁਸਨ ਦੀ ਬਰਸਾਤ ਹੋ ਗਈ, ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ। ਬਹੁਤ ਵਧੀਆ। ਤੇਰਾ ਦੂਨ ਮਨਸੂਰੀ ਕੀਤੀ ਬਾਦੀਆਂ ਦੀ ਸੈਰ, ਸੋਹਣਾ ਉਮਰਾਂ ਲਈ ਸਾਡਾ ਉਹਦਾ ਰੂਪ ਬਿਨਾ ਗੈਰ। ਦੇਹਰਾਦੂਨ ਮਨਸੂਰੀ ਕੀਤੀ ਬਾਦੀਆਂ ਦੀ ਸੈਰ, ਸੋਹਣਾ ਉਮਰਾਂ ਲਈ ਸਾਡਾ ਉਹਦਾ ਰੂਪ ਬਿਨਾ ਗੈਰ। ਅੱਖ ਖੁੱਲਦੇ ਅਸਾਰ ਪਰ ਬਾਤ ਹੋ ਗਈ, ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ, ਰਾਤੀ ਸੋਹਣਿਆਂ ਦੇ ਨਾਲ ਮੁਲਾਕਾਤ ਹੋ ਗਈ। ਬਹੁਤ ਵਧੀਆ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਜਿਹੜੀਆਂ ਪਿਆਰ ਮੁਹੱਬਤ ਦਾ ਗੀਤ, ਸ਼ਿੰਗਾਰ ਰਸ ਦਾ ਗੀਤ ਹੈ, ਬਹੁਤ ਸੋਹਣਾ ਸੀਗਾ। ਤੇ ਜੀ ਤੇ ਉੱਥੋਂ ਪੜ੍ਹਾਈ ਤੋਂ ਬਾਅਦ ਆਪਾਂ ਨੌਕਰੀ ਤੇ ਆ ਜਾਂਦੇ, ਤੁਸੀਂ ਆ ਗਏ ਉੱਥੋਂ। ਤੇ ਇਸ ਪਹਿਲਾਂ DO1 ਤੋਂ ਪਹਿਲਾਂ ਤੁਸੀਂ ਅਧਿਆਪਕ ਜਿਹੜੇ ਸਕੂਲਾਂ ਦੇ ਵਿੱਚ ਵਿਚਰਦੇ ਰਹੇ, ਵੱਖ-ਵੱਖ ਸਕੂਲਾਂ ਦੇ, ਪਹਿਲਾਂ ਥੋੜਾ ਸਮਾਂ ਫਿਰ ਜ਼ਿਆਦਾ ਸਮਾਂ। ਜਿਸ ਤਰ੍ਹਾਂ ਅੱਜ ਕੱਲ੍ਹ ਦਾ ਮਾਹੌਲ ਆ, ਬੱਚੇ ਸਕੂਲਾਂ ਦੇ ਜਿਹੜੇ ਅਧਿਆਪਕਾਂ ਦੀ ਤਾਂ ਬੱਚਿਆਂ ਦੇ ਵਿੱਚ ਇੱਕ ਪਾੜਾ ਕਹਿ ਲਓ, ਇੱਕ ਹੋ ਗਿਆ। ਤੇ ਉਹ ਅੱਜ ਕੱਲ੍ਹ ਡਰਦੇ ਵੀ ਨਹੀਂ ਕਿਉਂਕਿ ਉਹ ਰਿਸਪੈਕਟ ਵੀ ਹੈ ਨਹੀਂ। ਤੇ ਇਹਦਾ ਕਈ ਕਾਰਨ ਆਪਾਂ ਕਹਿ ਸਕਦੇ ਹਾਂ, ਪ੍ਰਾਈਵੇਟ ਸਕੂਲਾਂ ਦਾ ਆਉਣਾ ਜਾਂ ਹੋਰ ਵੀ ਕਈ ਕਾਰਨ। ਤੁਹਾਡੇ ਵੇਲੇ ਵਿੱਚ ਵੀ ਇਹੋ ਜਿਹਾ ਸੀਗਾ ਕੁਝ ਵੀ, ਕੋਈ ਬੱਚਾ ਤਾਂ ਟੀਚਰ ਨੂੰ ਆ ਕੇ ਕਹੇ ਕੋਈ ਗੱਲ ਨਹੀਂ ਲੰਘਣਾ ਤਾਂ ਉਸੇ ਰਸਤੇ ਆ ਆਈ, ਫਿਰ ਇਸ ਤਰ੍ਹਾਂ ਦੀ ਕੋਈ ਘਟਨਾ ਕਦੀ ਵਾਪਰੀ ਹੋਵੇ? ਇਹੋ ਜਿਹੀਆਂ ਘਟਨਾਵਾਂ ਵੈਸੇ ਮੇਰੇ ਨਾਲ ਰੇਅਰ ਵਾਪਰੀਆਂ ਤੇ ਉਦਾਂ ਹੋ ਜਾਂਦੀਆਂ ਸੀ ਜੀ। ਤੇ ਬੱਚੇ ਕਈ ਮਤਲਬ ਜਿਹੜੇ ਅਥਰੇ ਹੁੰਦੇ ਆ ਤੇ ਉਹ ਮਾਸਟਰ ਨੂੰ ਧਮਕੀ ਦੇ ਦਿੰਦੇ ਸੀ। ਮੇਰੇ ਨਾਲ ਇੱਕ ਇਹ ਘਟਨਾ ਵਾਪਰੀ 7 ਜਦੋਂ ਮੈਂ ਹੈਡਮਾਸਟਰ ਸੀ ਭਾਗੋਗੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ। ਜੀ ਉੱਥੇ ਮਤਲਬ ਉਦੋਂ ਅੱਤਵਾਦ ਦਾ ਦੌਰ ਸੀ, ਇਹ ਗੱਲ ਹੈਗੀ ਆ 90-92 ਦੀ। ਤੇ ਉਸ ਵੇਲੇ ਥੋੜਾ ਜਿਹਾ ਵਾਤਾਵਰਨ ਚੇਂਜ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਬੱਚਿਆਂ ਨੂੰ ਯਾਨੀ ਕਿ ਡਾਂਟ ਡੱਪ ਤਾਂ ਲਈਦਾ ਸੀ। ਉਦੋਂ ਪਹਿਲਾਂ ਬਹੁਤ ਡਾਂਟ ਡੱਪ ਕਰਦੇ ਰਹੇ ਆ। ਉਦੋਂ ਅੱਤਵਾਦ ਕਰਕੇ ਫਿਰ ਘਟ ਗਿਆ ਦਾ ਕੋਸ਼ੋ ਇਲਾਕਾ, ਖੜਗੂ ਮੱਲਾਂ ਵਾਲਾ ਸੈਕਟਰ ਬੜਾ ਬਦਨਾਮ ਸੀ ਤੇ ਉਹ ਫਿਰ ਕਰਕੇ ਡਰ ਸੀ ਆਪਣੀ ਜ਼ਿੰਦਗੀ ਦਾ ਤੇ ਉੱਥੇ ਬੱਚਿਆਂ ਨੂੰ ਕਹੀਦਾ ਕੁਛ ਨਹੀਂ ਸੀ। ਤੇ ਉੱਥੇ ਰਿਵਾਜ ਸੀ ਥੋੜਾ ਬੱਚੇ ਲੇਟ ਆਉਂਦੇ ਸੀ। ਉਹ ਬੱਚਿਆਂ ਨੂੰ ਮੈਂ ਹੈਡਮਾਸਟਰ ਦੇ ਮਾਸਟਰ ਡਰਦੇ ਹੁੰਦੇ ਸੀ ਤੇ ਮੈਂ ਥੋੜਾ ਡਿਸਪਲਿਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਤੇ ਮੈਂ ਬੱਚਿਆਂ ਨੂੰ ਜਿਹੜੇ ਲੇਟ ਹੋਣੇ ਨਾ ਖੜੇ ਕਰ ਲਾਣੇ ਗੇਟ ਤੇ ਉਹਨਾਂ ਨੂੰ ਕਹਿਣਾ ਵੀ ਝੋਲੇ ਚੱਕ ਕੇ ਆਪਣੀ ਜਮਾਤਾਂ ਚਲੇ ਜਾਓ।
ਤੇ ਉਹ ਇੱਕ ਮਤਲਬ ਸਾਹਿਬ ਨੂੰ ਬੱਚੇ ਚਲੇ ਗਏ ਮਤਲਬ, ਤੇ ਕੁਛ ਨਹੀਂ ਹੋਇਆ, ਨਾ ਕਿਸੇ ਝਿੜਕਿਆ ਦਬਕਿਆ, ਕੁਛ ਨਹੀਂ ਹੈ ਜੀ ਜੀ। ਤੇ ਉਹ ਕਿਸੇ ਇੱਕ ਲੜਕੀ ਨੇ ਆਪਣੇ ਘਰ ਦੱਸਤਾ ਜਾ ਕੇ ਵੀ ਮੇਰੇ ਮਤਲਬ ਸਾਡੇ ਸਰ ਨੇ, ਸਾਡੇ ਅਧਿਆਪਕ ਨੇ, ਸਾਡੇ ਹੈਡਮਾਸਟਰ ਨੇ ਵੀ ਮਤਲਬ ਦੂਜਾ ਵੀ ਸਾਡੇ ਬੱਸ ਤੇ ਜਗਾ ਕੇ ਤੇ ਸਾਨੂੰ ਭੇਜਿਆ ਸਕੂਲ ਜਮਾਤ ਦੇ ਵਿੱਚ। ਜੀ ਜੀ। ਉਹ ਦੂਜੇ ਦਿਨ ਮੈਂ ਬੱਸ 'ਤੇ ਜਾਂਦਾ ਸੀ ਤੇ ਅਸੀਂ 14-15 ਮਾਸਟਰਸ ਹੁੰਦੇ ਸੀ। ਉਹ ਬੱਸ ਸਵੇਰੇ 7 ਵਜੇ ਬੱਸ ਜਾਂਦੀ ਸੀ ਜ਼ੀਰੇ ਤੋਂ ਮੱਲਾ ਵਾਲੇ ਨੂੰ। ਮੱਲਾ, ਠੀਕ ਹੈ। ਜਦੋਂ ਉਹ ਲੜਕੀਆਂ ਦਾ ਪਿੰਡ ਰਾਹ ਵਿਸਗਾ, ਉਹ ਲੜਕੀ 7 ਵਜੇ ਪੜ੍ਹਦੀ ਸੀ ਤੇ ਉੱਥੇ ਬੱਸ ਰੁਕੀ ਤੇ ਬੱਚੇ ਚੜ੍ਹੇ ਤੇ ਇੱਕ ਨਾ 2-3 ਬੰਦੇ ਬੁਕਲਾਂ ਮਾਰੀਆਂ ਚੜ੍ਹ ਗਏ। ਉਹ ਕਹਿੰਦੇ ਕਿਹੜਾ ਹੈਡਮਾਸਟਰ ਦਾ ਕਹਿੰਦੇ ਆ ਜੀ। ਤਾਂ ਸਾਰੇ ਸੁਣ ਪੈ ਗਈ ਬੱਸ ਦੇ ਵਿੱਚ। ਠੀਕ ਹੈ ਜੀ। ਉਹ ਬੋਲ ਹੀ ਨਹੀਂ ਸਕਦਾ ਸੀ, ਪਤਾ ਨਹੀਂ ਕੀ ਬੜਾ ਭਾਣਾ ਵਾਪਰ ਰਿਹਾ, ਮਾਹੌਲ ਵੀ ਉਹ ਇਸ ਤਰ੍ਹਾਂ ਮਾਹੌਲ ਇਹੋ ਜਿਹਾ ਸੀ। ਜੀ ਜੀ। ਤਾਂ ਮੇਰੀ ਤਾਂ ਜਾਨ ਹਵਾ ਹੀ ਹੋ ਗਈ। ਹਰਬਾਰ ਤਾਂ ਮੈਂ ਹੀ ਆ। ਤੇ ਮੈਂ ਕਿਹਾ ਹੁਣ ਮੈਂ ਲੁਕ ਤਾਂ ਸਕਦਾ ਨਹੀਂ, ਤੇ ਮੈਂ ਦੱਸੋ ਜੀ, ਮੈਂ ਹੱਥ ਜੋੜੇ, ਮੈਂ ਕਿਹਾ ਵੀ ਮੈਂ ਆ। ਉਹ ਕਹਿੰਦੇ ਕੋਈ ਨਹੀਂ, ਅਸੀਂ ਆਉਣੇ ਸਕੂਲੇ ਤੇ ਤੁਹਾਨੂੰ ਦੱਸਦੇ ਆ ਕਿੱਦਾਂ ਬੱਚਿਆਂ ਨੂੰ ਸਜ਼ਾ ਦੇਈਦੀ ਆ ਕੇ ਜੀ। ਤੇ ਖੈਰ ਜੋ ਸਕੂਲੇ ਤੇ ਨਾ ਆਏ ਤਾਂ ਮੈਨੂੰ ਡਰ ਬੜਾ ਤੇ ਮਤਲਬ ਬਈ ਇਹ ਕੀ ਭਾਣਾ ਵਾਪਰ ਗਿਆ। ਤਾਂ ਉਹਦੇ ਵਿੱਚ ਮਤਲਬ ਉਹ ਜਿਹਨਾਂ ਦੇ ਸਰਦਾਰ ਮੇਰੇ ਕੋਲ ਆਇਆ ਸੀ, ਉਹਨਾਂ ਦੇ ਵਿਆਹ ਸੀ ਮੱਲਾਣੇ ਦੇ ਲਾਗੇ ਪਿੰਡ ਕੋਈ ਜੀ। ਤੇ ਉਹ ਉੱਥੇ ਨਹੀਂ ਵਿਆਹ ਜਾਣਾ ਸੀ ਤੇ ਸਾਡੇ ਦੁਆਬੇ ਚੋਂ ਕੋਈ ਪਰਿਵਾਰ ਉੱਥੇ ਗਿਆ। ਉਹ ਪਰਿਵਾਰ ਮੇਰਾ ਨੂਨ ਸੀ ਜੀ ਜੀ। ਉੱਥੇ ਗੱਲਾਂ ਕਰਦਿਆਂ ਉਹਨਾਂ ਦਾ ਮਤਲਬ ਗੱਲਬਾਤ ਹੋ ਗਈ ਵੀ ਸਾਡਾ ਮੁੰਡਾ ਉੱਥੇ ਹੈਡਮਾਸਟਰ ਆ। ਤੇ ਉਹ ਕਹਿੰਦੇ ਉਹਦੇ ਮੁੰਡੇ ਨੇ ਐਂ ਕੀਤਾ ਜੀ, ਮਤਲਬ ਬੱਚੇ ਨੂੰ ਐਂ ਕਰ। ਉਹ ਕਹਿੰਦੇ ਇਹ ਕਿਹੜੀ ਗੱਲ ਆ, ਮਤਲਬ ਉਹ ਮੁੰਡਾ ਬੜਾ ਲੈ ਗਿਆ, ਮਤਲਬ ਵੀ ਬੱਚੇ ਨੂੰ ਕੁੱਟਿਆ ਨਹੀਂ ਮਾਰਿਆ ਨਹੀਂ, ਤੁਸੀਂ ਕਿੱਧਰ ਪਏ ਆ। ਬਿਲਕੁਲ ਬਿਲਕੁਲ, ਹਾਂਜੀ। ਉਹਦੇ ਬਾਅਦ ਚ ਵਿਆਹ ਤੋਂ ਡੱਬਾ ਮਠੇ ਦਾ ਲੈ ਕੇ ਆਏ। ਠੀਕ ਹੈ ਜੀ। ਤੇ ਮੇਰੇ ਲਈ ਵੀ ਸਾਡੇ ਤੋਂ ਗਲਤੀ ਹੋ ਗਈ, ਮੈਂ ਤੁਹਾਡੇ ਦੇ ਸਿਰ ਤੇ ਬਹੁਤ ਸੁਣੀ ਆ। ਤੇ ਚਲੋ ਮੈਂ ਦੱਸਿਆ ਵੀ ਬੱਚੇ ਸਾਡੇ ਆਏ, ਮਤਲਬ ਅਸੀਂ ਬੱਚਿਆਂ ਦੀ ਵਿਤਰੀ ਲਈ ਜੋ ਕਰਦੇ ਆ, ਤੇ ਮਤਲਬ ਤਾਂ ਬੱਚੇ ਨੂੰ ਇੱਕ ਰਾਹ ਤੇ ਲਿਆਉਣਾ ਹੁੰਦਾ ਜੀ। ਤੇ ਚਲੋ ਕਹਿਣ ਦਾ ਮਤਲਬ ਇਹੋ ਜਿਹੇ ਘਟਨਾਵਾਂ ਵਾਪਰ ਜਾਂਦੀਆਂ, ਉਹ ਟੈਕ ਲਗਾਉਣ ਦੀ ਢੰਗ ਚਾਹੀਦਾ, ਵੱਲ ਚਾਹੀਦਾ, ਤੇ ਆਪਾਂ ਵਧੀਆ ਕਰ ਸਕਦੇ ਆ। ਠੀਕ ਹੈ। ਫਿਰ ਉਸ ਪਰਿਵਾਰ ਦੇ ਨਾਲ ਤੁਹਾਡਾ ਰਾਬਤਾ ਬਣ ਗਿਆ? ਉਹ ਫਿਰ ਬਾਅਦ ਚ ਮਿਲਦੇ ਰਹੇ ਬਹੁਤ ਅੱਛੀ ਤਰ੍ਹਾਂ ਜੀ। ਤੇ ਉਹ ਪਤਾ ਲੱਗ ਗਿਆ ਉਹਨਾਂ ਨੂੰ ਵੀ ਜਿਹੜੀ ਇਹ ਸਾਡੇ ਬੱਚੇ ਦੇ ਲਈ ਬਿਹਤਰੀ ਦੇ ਲਈ ਕੰਮ ਕਰ ਰਹੇ ਆ ਜਿਹੜੇ ਆ। ਤੇ ਹੁਣ ਫਿਰ ਆਪਾਂ ਆਉਂਦੇ ਆ ਤੁਹਾਡੀ ਕਵਿਤਾ ਵਾਲਾ। ਤੇ ਜਦੋਂ ਹੁਣ ਤੱਕ ਜਿਹੜੀਆਂ ਕਵਿਤਾ ਜਿਹੜੀ ਹੁਣ ਤੁਸੀਂ ਲਿਖਦੇ ਆ 1975-76 ਤੋਂ ਸ਼ੁਰੂ ਕਰ ਦਿੱਤੀਆਂ, ਕਿੰਨੀਆਂ ਕੁ ਲਿਖੀਆਂ ਹੁਣ ਤੱਕ ਕਵਿਤਾ? ਤੇ ਇਸ ਤੋਂ ਇਲਾਵਾ ਹੋਰ ਕਿਹੜੀ ਵੰਨਗੀ ਲਿਖ ਰਹੇ ਹੋ? ਮਤਲਬ ਕਵਿਤਾਵਾਂ ਤੇ ਮਤਲਬ ਗਿਣਤ ਲਿਖੀਆਂ, ਮਤਲਬ 1000-1200 ਤੋਂ ਵੱਧ ਰਚਨਾ ਹੋ ਗਈ ਆ। ਤੇ ਮੈਂ ਤਿਆਰੀ ਕਰ ਰਿਹਾ ਕਿਤਾਬਾਂ ਦੀ। ਤੇ ਕਿਤਾਬਾਂ 2-3 ਮੇਰੀਆਂ, ਮਤਲਬ ਇੱਕ ਤਾਂ ਕਿਤਾਬ ਮੇਰੀ ਵਾਰਤਕ ਦੀ ਛਪੀ ਸੀ ਪਹਿਲਾਂ, ਸੰਤ ਇੰਦਰਦਾਸ ਜੀ। ਉਹਦੇ ਬਾਅਦ ਐਡਿਟ ਕੀਤੀ ਬੁੱਕ ਮੈਂ ਕਿਸੇ ਸ਼ਹਿਰ ਦੀ, ਸੁਰਗਵਾਸੀ ਸ਼ਹਿਰ ਦੀ। ਤੇ ਆਪਣੀਆਂ ਰਚਨਾਵਾਂ ਮੇਰੀਆਂ ਜਿਹੜੀਆਂ ਹੈਗੀਆਂ ਆ, ਉਹ 2 ਦਰਜਨ ਤੋਂ ਵੱਧ ਸਾਂਝੀਆਂ ਕਿਤਾਬਾਂ ਛਪੀਆਂ ਜੀ। ਤੇ ਆਪਣੀ ਮੈਂ ਤਿਆਰੀ ਕਰ ਰਿਹਾ ਜੀ। ਤੇ ਉਹਦੇ ਬਣ ਗਈਆਂ ਹੈਗੀਆਂ ਆ, ਉਹ ਮੈਂ ਲਗਭਗ ਬਹੁਤੀਆਂ ਵੰਨਗੀਆਂ ਦੇ ਲਿਖਿਆ, ਜਿੱਦਾਂ ਵੀ 2 ਗਾਣੇ ਲਿਖੇ ਆ, ਸੋਲੋ ਗੀਤ ਲਿਖੇ ਆ, ਲੋਕ ਕਥਾਵਾਂ ਲਿਖੀਆਂ, ਦੇਸ਼ ਪਿਆਰ ਦੇ ਗੀਤ ਲਿਖੇ ਆ, ਤੇ ਬੈਂਤ ਲਿਖੇ ਆ, ਹਾਇਕੂ ਲਿਖੇ ਆ, ਬੜਾ ਕੁਝ ਲਿਖਿਆ। ਤੇ ਕਿਉਂ ਜਿਹੜਾ ਸਾਡਾ ਦੌਰ ਹੈ ਨਾ, ਮਤਲਬ ਲੋਕ ਕਥਾਵਾਂ ਦਾ, ਉਹ ਬੜਾ ਪਾਪੂਲਰ ਰਿਹਾ। ਮਲਕ ਸਾਹਿਬ ਦੇ ਵੇਲੇ, ਦੇਵ ਸਿੱਕਿਆਂ ਵਾਲੇ ਵੇਲੇ ਬੜੀ ਚੜਾਈ ਰਹੀ ਆ, ਬਹੁਤ ਸਾਰੇ ਲੋਕਾਂ ਨੇ ਗਾਇਆ। ਤੇ ਮੈਂ ਵੀ ਮਤਲਬ ਲੋਕ ਕਥਾਵਾਂ ਵੀ ਟੱਚ ਕੀਤੀਆਂ ਜਿੰਨੀਆਂ ਆਪਣੇ ਪਾਪੂਲਰ ਪੰਜਾਬ ਦੀਆਂ ਹੈਗੀਆਂ ਜੀ। ਹਾਂਜੀ ਹਾਂਜੀ। ਤੇ ਜਦੋਂ ਇਹ ਗੱਲ ਆਪਾਂ ਚੱਲਦੀ ਰਹਿੰਦੀ ਹੈ ਸਾਹਿਤ ਜਿਹੜੀ ਪ੍ਰਕਿਰਿਆ ਦੀ, ਆਪਾਂ ਕਿਤੇ ਸਭਾਵਾਂ ਵਿੱਚ ਵੀ ਸੁਣਾਉਂਦੇ ਆ। ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਆ, ਜਿਹੜੀ ਕਵਿਤਾ ਲਿਖਦਾ ਦਬ ਆਪਾਂ ਕੋਈ ਵੀ ਲਿਖ ਗਿਆ ਸੋਸ਼ਲ ਮੀਡੀਆ ਤੇ ਪਾਉਂਦਾ, ਚਾਹੇ ਕੱਚੀ ਪੱਕੀ ਜਿਹੜੀ ਹੋਵੇ। ਤੇ ਬਹੁਤੀਆਂ ਰਚਨਾਵਾਂ ਉਹ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਪੜ੍ਹਨ ਯੋਗ ਨਹੀਂ ਹੁੰਦੀਆਂ, ਜਿਹੜੀਆਂ ਚੰਗੀਆਂ ਰਚਨਾਵਾਂ ਵੀ ਆਉਂਦੀਆਂ ਉੱਤੇ। ਤੇ ਤੁਸੀਂ ਵੀ ਸੋਸ਼ਲ ਮੀਡੀਆ ਨਾਲ ਜੁੜੇ ਆ, ਤੇ ਕਿੰਨੀਆਂ ਕੁ ਰਚਨਾਵਾਂ ਪਾਉਂਦੇ, ਜਾਂ ਹੋਰ ਤੁਹਾਡਾ ਰਾਬਤਾ ਕਿੰਨਾ ਕੁ ਬਣਿਆ ਹੋਰ ਦੂਸਰੇ ਆਪਣੇ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਾਂ ਦੇਸ਼ਾਂ ਦੇ ਨਾਲ ਵੀ? ਕੁਝ ਇਸ ਤਰ੍ਹਾਂ ਦੋਸਤ ਵੀ ਤੁਹਾਡੇ ਨਾਲ, ਫਰੈਂਡਸ਼ਿਪ ਵੀ ਹੋਈ ਹੋਊਗੀ, ਇਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਹੁੰਦਾ ਕਦੀ ਵੀ ਇਹਨਾਂ ਤੇ ਸੋਸ਼ਲ ਮੀਡੀਆ ਤੇ? ਮਤਲਬ ਸੋਸ਼ਲ ਮੀਡੀਆ ਤੇ ਤਾਂ ਜਿੱਦਾਂ ਵੀ ਬਹੁਤ ਸਾਰੇ ਗਰੁੱਪ, ਸਾਹਿਤ ਗਰੁੱਪ ਚੱਲ ਰਹੇ ਆ। 2 ਦਰਜਨ ਗਰੁੱਪਾਂ 'ਚ ਤਾਂ ਮੈਂ ਵੀ ਸ਼ਾਮਲ ਹਾਂ ਜੀ। ਤੇ ਉਹਦੇ ਵਿੱਚ ਯਾਨੀ ਕਿ ਕਿਸੇ 200 ਮੈਂਬਰ ਆ, ਕਿਸੇ 250 ਆ, ਕਿਸੇ 150 ਆ, ਜਿਹੜੀ ਕਾਫੀ ਮੈਂਬਰਸ਼ਿਪ ਹੈਗੀ ਆ। ਤੇ ਬਹੁਤੀਆਂ ਰਚਨਾਵਾਂ ਜਿਹੜੀਆਂ ਨਾ ਸ਼ਬਦੀਆਂ ਭੇਜੀਆਂ ਜਾਂਦੀਆਂ, ਉਹ ਜਿਹੜੀ ਕਿ ਬਹੁਤ ਕੱਚੀਆਂ ਹੁੰਦੀਆਂ, ਉਹ ਲੈਵਲ ਨਹੀਂ ਹੁੰਦਾ। ਤੇ ਉਹਦੇ ਬੱਚੇ ਕਾਹਲੇ ਬਹੁਤ ਪੈਂਦੇ ਆ, ਤੇ ਮਤਲਬ ਸਿੱਖਣ ਦੀ ਬਜਾਏ ਉਹ ਜਿਹੜੇ ਵੀ ਮਨ ਛਾਪ ਪਾਉਂਦੇ ਆ, ਉਹ ਲਿਖ ਕੇ ਪਾ ਦਿੰਦੇ ਆ। ਤੇ ਜੇ ਕਿਸੇ ਨੂੰ ਕਹੀਏ ਮਤਲਬ ਇੱਕਦਮ ਅਸੀਂ ਆਦਿ ਦੀ ਕੋਸ਼ਿਸ਼ ਕੀਤੀ, ਤੇ ਉਹ ਜਦੋਂ ਸਿਰ ਦੇ ਬਾਲਾਂ ਨੂੰ ਪੈਣਾ ਹੁੰਦਾ, ਉਹ ਇਦਾਂ ਮਤਲਬ ਕਰਦੇ, ਫਿਰ ਉਹ ਛੱਡ ਦਿੱਤਾ। ਵੀ ਜੇ ਕਿਸੇ ਨੂੰ ਲੋੜ ਆ ਤੇ ਉਹ ਸਿੱਖੇ, ਆਪਣੀ ਇਮੇਜ ਆਪਣਾ ਬਣਨਾ ਹਰ ਇੱਕ ਦਾ। ਬਿਲਕੁਲ। ਤੇ ਮੁੱਲ ਤੇ ਆਪਣਾ ਬਣਨਾ ਨਾ। ਬਿਲਕੁਲ। ਇਸ ਕਰਕੇ ਉਹ ਛੱਡਦਾ। ਤੇ ਉਹਨੂੰ ਮੈਂ ਮਤਲਬ ਬਹੁਤ ਸਾਰੇ ਗਰੁੱਪਾਂ ਵਿੱਚ ਸ਼ਾਮਲ ਹਾਂ ਜੀ ਜੀ। ਤੇ ਜਾਣੀ ਕਿ ਕਹਿਣ ਦਾ ਭਾਵ ਹੈ ਕਿ ਨਵੇਂ ਜਿਹੜੇ ਸਿੱਖਣਾ ਘੱਟ ਪਸੰਦ ਕਰਦੇ ਆ, ਕਿ ਜੋ ਲਿਖ ਲਿਆ ਮੈਂ ਉਹੀ ਸਹੀ ਆ, ਉਸ ਕੋ 16 ਕਦਮ ਪੂਰਨ ਆ। ਰੂਪਲਾਲ ਜੀ, ਇੱਕ ਗੱਲਬਾਤ ਆਪਾਂ ਇੱਦਾਂ ਚੱਲਦੇ ਰਹਿਣਗੇ, ਛੋਟੇ ਜਿਹੇ ਬ੍ਰੇਕ ਦਾ ਸਮਾਂ ਹੋ ਗਿਆ। ਦਰਸ਼ਕੋ, ਥੋੜੇ ਜਿਹੇ ਸਮੇਂ ਬਾਅਦ ਮਿਲਦੇ ਹਾਂ। ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਗਏ ਤੇ ਆਏ।
ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ, ਆਪਣਾ ਬਾਜ਼ਾਰ, ਕੈਸ਼ ਐਂਡ ਕੈਰੀ, ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਂਸਿਲਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ, ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820 2975 John F. Kennedy Boulevard, Jersey City, NJ 07306 2631 Street Road, Baslam, PA 19020। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫੀਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। P&J Fuel Wholesaler of Gasoline and Diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. S&S Brokers Incorporation ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਦਿਓਲ ਟਰਾਂਸਪੋਰਟ ਕੰਪਨੀ ਇੰਡੀਅਨਐਪਲਿਸ ਇੰਡੀਆਨਾ ਦੀ ਨਾਮੀ ਕੰਪਨੀ। ਇੰਡੀਅਨਐਪਲਿਸ ਤੋਂ ਈਸਟ ਕੋਸਟ ਦੀਆਂ ਸਟੇਟਾਂ ਨਿਊਯਾਰਕ, ਮੈਰੀਲੈਂਡ, ਪੈਂਸਿਲਵੇਨੀਆ, ਨਿਊ ਜਰਸੀ, ਵਰਜੀਨੀਆ ਅਤੇ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਡਰਾਈ ਲੋਡ ਅਤੇ ਇੰਡੀਅਨਐਪਲਿਸ ਤੋਂ ਲੋਕਲ ਲੋਡ ਵੱਡੀ ਗੱਡੀ ਤੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ। ਹਮੀ ਦਿਓਲ 5103181415 ਤੇ ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ deol.trans@yahoo.com। ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ। ਗੱਲਬਾਤ ਚੱਲ ਰਹੀ ਹੈ ਜੀ ਰੂਪਲਾਲ ਜੀ ਹੁਣਾਂ ਨਾਲ ਖਾਸ ਮੁਲਾਕਾਤ ਵਿੱਚ। ਤੇ ਰੂਪਲਾਲ ਜੀ ਗੱਲ ਚੱਲ ਰਹੀ ਸੀ ਸੋਸ਼ਲ ਮੀਡੀਆ ਦੀ, ਜਿਹਦਾ ਸੋਸ਼ਲ ਮੀਡੀਆ ਵਿੱਚ ਕਵਿਤਾ ਸਿਰਜਣਾ ਦੇ ਵਿੱਚ ਜਿਹੜਾ ਯੋਗਦਾਨ ਆ, ਕਿ ਇਹ ਸਾਰੂ ਰੋਜ਼ ਯੋਗਦਾਨ ਹੈ? ਜੇ ਹੈ ਤਾਂ ਕਿੰਨਾ ਗਿਆ ਯੋਗਦਾਨ ਇਹਦੇ ਵਿੱਚ, ਇਹਦਾ ਜਿਹੜਾ ਕਵਿਤਾ ਸਿਰਜਣਾ ਵਿੱਚ ਸੋਸ਼ਲ ਮੀਡੀਆ ਦਾ? ਸੋਸ਼ਲ ਮੀਡੀਆ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਸਾਰੂ ਸਿਰਜਣਾ ਦੇ ਵਿੱਚ, ਕਿਉਂਕਿ ਸਾਨੂੰ ਦੇਸ਼ ਵਿਦੇਸ਼ ਵਿੱਚ ਜਿਹੜੇ ਬੈਠੇ ਕਵੀ ਆ, ਸਾਹਿਤਕਾਰ ਆ, ਉਹਦੇ ਰਚਨਾਵਾਂ ਪੜ੍ਹਨ ਦਾ ਮੌਕਾ ਮਿਲਦਾ ਤੇ ਸਾਨੂੰ ਬੜੇ ਨੀਝ ਨਾਲ ਪੜ੍ਹ ਕੇ ਉਹਨਾਂ ਤੋਂ ਅਸੀਂ ਕੁਛ ਸੇਧ ਲੈ ਸਕਦੇ, ਸਿੱਖ ਸਕਦੇ ਆ। ਤੇ ਮਤਲਬ ਯਤਨ ਇਹ ਕਰਨਾ ਚਾਹੀਦਾ ਕਿ ਅਸੀਂ ਬਹੁਤ ਵੱਧ ਜਿਹੜੇ ਆਪਣੇ ਸ਼ਾਇਰਾਂ ਨੂੰ ਪੜ੍ਹੀਏ, ਚੰਗੇ ਸ਼ਾਇਰਾਂ ਨੂੰ ਤੇ ਆਪਣੀ ਜਿਹੜੀ ਆ ਪ੍ਰਤਿਭਾ ਨੂੰ ਨਿਖਾਰੀਏ ਜੀ। ਤੇ ਇਹੋ ਜਿਹੇ ਮਤਲਬ ਨਾਲ ਬੜਾ ਸਾਰੂ ਰੋਲ ਅਦਾ ਕੀਤਾ ਜਾ ਸਕਦਾ। ਸੋਸ਼ਲ ਮੀਡੀਆ ਤੋਂ ਪਾਉਣ ਤੋਂ ਵੀ ਪਹਿਲਾਂ ਵੀ ਕਿਸੇ ਨਾਲ ਸਲਾਹ ਕਰ ਲਈ ਜਾਵੇ ਚੰਗੀ। ਤੇ ਸੋਸ਼ਲ ਮੀਡੀਆ ਨਾਲ ਸੰਬੰਧਿਤ ਤੁਹਾਡੇ ਵੀ ਕੋਈ ਦੋਸਤ ਮਿੱਤਰ ਬਣੇ ਹੋਗੇ ਕੋਈ ਦੇਸ਼ ਵਿਦੇਸ਼ ਵਿੱਚ, ਜਾਂ ਕੋਈ ਇਸ ਤਰ੍ਹਾਂ ਦਾ ਗੀਤ ਰਚਨਾ ਜਾਂ ਕਵਿਤਾ ਰਚਨਾ ਤੁਸੀਂ ਵੀ ਕੀਤੀ ਹੋਗੀ ਜਿਹੜੀ ਸਾਂਝੀ ਸਾਡੇ ਨਾਲ ਕਰਨੀ ਚਾਹੋਗੇ?
ਹਾਂ ਮਤਲਬ ਸਾਡੇ ਦੋਸਤ ਤਾਂ ਚਲੋ ਆਪਣੇ ਪੰਜਾਬ ਦਾ ਦਾਇਰਾ ਆ ਉਹ ਤਾਂ ਬੜਾ ਮਤਲਬ ਸੀਮਤ ਹੈਗਾ ਆ ਤੇ ਮਤਲਬ ਦੁਨੀਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਬੜੇ ਪੰਜਾਬੀ ਬੈਠੇ ਆ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਤੇ ਸਾਡਾ ਲਹਿੰਦਾ ਪੰਜਾਬ ਸਾਡੇ ਨਾਲ ਹੀ ਆ ਬਿਲਕੁਲ ਜੀ ਤੇ ਉੱਥੇ ਵੀ ਸਿਹਤ ਤੇ ਬਹੁਤ ਕੰਮ ਹੋ ਰਿਹਾ ਤੇ ਉੱਥੇ ਵੀ ਦੋਸਤ ਜਿਹੜੇ ਕਿ ਕਿਤਾਬਾਂ ਆਦਾਨ ਪ੍ਰਦਾਨ ਕਰਦੇ ਆ ਇੱਕ ਲੈਲਪੁਰ ਤੋਂ ਅੱਖਰ ਮੈਗਜ਼ੀਨ ਛਪਦਾ ਸੀ ਤੇ ਉਹਦੇ ਵਿੱਚ ਰਚਨਾਵਾਂ ਮੇਰੀਆਂ ਵੀ ਛਪੀਆਂ ਬਾਕੀ ਵੀ ਸ਼ਰਾਂ ਛਪਦੀਆਂ ਨਹੀਂ ਆ ਤੇ ਉਧਰਲੇ ਸ਼ਹਿਰਾਂ ਦੇ ਸਾਡੇ ਛਪਦੀਆਂ ਤਾਸਮਾਨ ਹੈ ਇੱਕ ਮੈਗਜ਼ੀਨ ਆ ਬਹੁਤ ਵਧੀਆ ਤੇ ਉਹਦੇ ਵਿੱਚ ਰਚਨਾਵਾਂ ਲਹਿੰਦੇ ਪੰਜਾਬ ਦੀਆਂ ਛਪਦੀਆਂ ਤੇ ਇਸੇ ਤਰ੍ਹਾਂ ਮਤਲਬ ਜਿਹੜੇ ਸਾਡੇ ਮਾਈਗ੍ਰੇਟ ਹੋ ਗਏ ਆ ਲੋਕ ਇਧਰੋਂ ਦੁਆਬੇ ਚੋਂ ਜਾਂ ਪੰਜਾਬ ਚੋਂ ਉਹ ਉਹਨਾਂ ਦੀ ਦੂਜੀ ਪੀੜ੍ਹੀ ਹੁਣ ਤਾਂ ਚੌਥੀ ਪੀੜ੍ਹੀ ਆ ਗਈ ਵੈਸੇ ਅਸੀਂ ਦੂਜੀ ਪੀੜ੍ਹੀ ਨੂੰ ਬਿਲੋਂਗ ਕਰਦੇ ਆ ਤੇ ਉਹ ਦੂਜੀ ਪੀੜ੍ਹੀ ਦਾ ਬਰਾਬਰ ਅਟੈਚਮੈਂਟ ਆ ਆਪਸ ਦੇ ਵਿੱਚ ਤੁਹਾਡਾ ਵੀ ਪਿਛੋਕੜ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਸਾਡਾ ਪਿਛੋਕੜ ਪਾਕਿਸਤਾਨ ਨਾਲ ਜੁੜਿਆ ਤੇ ਇਸ ਕਰਕੇ ਮਤਲਬ ਆਪਣੇ ਪੁਰਖਿਆਂ ਦੀ ਭੂਮੀ ਦੇ ਨਾਲ ਕਾਫੀ ਲਗਾਓ ਆ ਉਹ ਭੂਮੀ ਦੇਖਣ ਵਾਸਤੇ ਬਿਲਕੁਲ ਇਸੇ ਤਰ੍ਹਾਂ ਹੀ ਮਤਲਬ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸੇ ਤਰ੍ਹਾਂ ਉਧਰ ਜਿਹੜੇ ਸਾਡੀ ਪੀੜ੍ਹੀ ਦੇ ਲੋਕ ਹੈਗੇ ਆ ਉਹ ਵੀ ਤਰਸਦੇ ਆ ਇਹ ਦੇਖਣ ਵਾਸਤੇ ਪੰਜਾਬ ਦੇਖਣ ਵਾਲੇ ਆਪਣਿਆਂ ਨੂੰ ਮਿਲਣ ਲਈ ਹਾਂ ਆਪਣਿਆਂ ਨੂੰ ਮਿਲਣ ਲਈ ਤੇ ਚਲੋ ਨਾਨਕ ਪਾਤਸ਼ਾਹ ਦੇ ਜਿਹੜਾ ਕਰਤਾਰਪੁਰ ਸਾਹਿਬ ਆ ਉੱਥੇ ਮੌਕਾ ਮਿਲ ਗਿਆ ਲਾਂਘਾ ਖੁੱਲ ਗਿਆ ਤੇ ਉੱਥੇ ਇੱਕ ਟੀਵੀ ਤੇ ਸਾਰੀ ਦੁਨੀਆ ਨੇ ਦੇਖਿਆ ਵੀ 74 ਸਾਲਾਂ ਬਾਅਦ 75 ਸਾਲਾਂ ਬਾਅਦ ਦੋ ਭਰਾ ਮਿਲੇ ਆ ਦੋਵੇਂ ਵੱਖਰੇ ਬਿਲਕੁਲ ਜੀ ਹਾਂਜੀ ਇਹ ਬਹੁਤ ਵੱਡਾ ਮਤਲਬ ਇੱਕ ਸਾਡੇ ਮਤਲਬ ਪੰਜਾਬੀਆਂ ਦੇ ਲਈ ਦੁਖਾਂਤ ਲਾ ਲਓ ਜਾਂ ਹੁਣ ਇਹਨੂੰ ਸੁਖਾਂਤ ਕਹਿ ਲਈਏ ਵੀ ਇੱਕ ਮੌਕਾ ਮਿਲਿਆ ਤੇ ਉਹ ਮਤਲਬ ਇਹੋ ਜਿਹਾ ਮੇਰੇ ਸੰਪਰਕ ਦੇ ਵਿੱਚ ਵੀ ਦੋ ਬੰਦੇ ਹੈਗੇ ਆ ਜਿਹੜੇ ਸਾਡੇ ਇਲਾਕੇ ਚੋਂ ਗਏ ਆ ਉਹਦੇ ਬਾਲਦ ਤੇ ਮੇਰੇ ਉਧਰੋਂ ਆਏ ਆ ਤੇ ਉਹ ਮਤਲਬ ਹੀ ਆਪਣੇ ਉਹਨਾਂ ਦੇ ਪਿੰਡਾਂ ਦੀਆਂ ਗੱਲਾਂ ਕਈ ਵਾਰੀ ਸ਼ੇਅਰ ਕਰਦੇ ਆ ਤੇ ਇਹੋ ਜਿਹੀ ਰਚਨਾ ਮੈਂ ਲਿਖੀ ਵੀ ਆ ਜੀ ਆਪਾਂ ਸਾਂਝੀ ਕਰਦੇ ਹਾਂ ਦਰਸ਼ਕਾਂ ਦੇ ਨਾਲ ਜੀ ਰੂਪਲਾਲ ਜੀ ਉਹਨਾਂ ਦੀ ਆਪਾਂ ਜਿਹੜੀ ਪਾਕਿਸਤਾਨ ਦੇ ਲੋਕਾਂ ਦੇ ਨਾਲ ਜਿਹੜੇ ਇੱਧਰੋਂ ਉੱਧਰ ਗਏ ਜਾਂ ਉੱਧਰੋਂ ਇੱਧਰ ਆਏ ਆ ਉਹਨਾਂ ਦੀ ਨਾਲ ਜੋ ਜਿਹੜੀ ਜ਼ਿੰਦਗੀ ਬਾਰੇ ਜਾਂ ਉਹਨਾਂ ਦੇ ਨਾਲ ਵਿਸ਼ੇ ਦੇ ਨਾਲ ਸੰਬੰਧਿਤ ਕਵਿਤਾ ਹਾਂਜੀ ਕਵਿਤਾ ਹੈ ਜੀ ਮੇਰੀ ਜੀ ਅੱਜ ਮੁਲਕਾਦਰਾ ਗੱਲ ਸੁਣ ਤੂੰ ਜ਼ਹੀਰਾ ਓਏ ਤਾਰੀਖ ਪੰਜਾਬ ਮੋੜ ਲਿਖ ਦਈਏ ਵੀਰਾ ਓਏ ਅੱਜ ਮੁਲਕਾਦਰਾ ਗੱਲ ਸੁਣ ਤੂੰ ਜ਼ਹੀਰਾ ਓਏ ਤਾਰੀਖ ਪੰਜਾਬ ਮੋੜ ਲਿਖ ਦਈਏ ਵੀਰਾ ਓਏ ਬਹੁਤ ਵਧੀਆ ਅੱਜ ਮੁਲਕਾਦਰਾ ਘੁੰਮਦਾ ਖਿਆਲ ਅੱਖਾਂ ਅੱਗੇ ਨਨਕਾਣੇ ਦਾ ਜ਼ਿਲ੍ਹਾ ਸ਼ੇਖੂਪੁਰ ਪਿੰਡ ਚੱਕ ਦਾ ਮੁਆਣੇ ਦਾ ਬਹੁਤ ਵਧੀਆ ਕੀ ਬਾਤ ਹੈ ਘੁੰਮਦਾ ਖਿਆਲ ਅੱਖਾਂ ਅੱਗੇ ਨਨਕਾਣੇ ਦਾ ਜ਼ਿਲ੍ਹਾ ਸ਼ੇਖੂਪੁਰ ਪਿੰਡ ਚੱਕ ਦਾ ਮੁਆਣੇ ਦਾ ਜਿੱਥੇ ਦਾਦੀ ਜੰਮਿਆ ਸੀ ਬਾਪ ਮੇਰਾ ਹੀਰਾ ਓਏ ਤਾਰੀਖ ਪੰਜਾਬ ਮੋੜ ਲਿਖ ਦਈਏ ਵੀਰਾ ਓਏ ਅੱਜ ਮੁਲਕਾਦਰਾ ਗੱਲ ਸੁਣ ਤੂੰ ਜ਼ਹੀਰਾ ਓਏ ਬਹੁਤ ਵਧੀਆ ਬੱਜੇ ਕਾਦਰਾ ਓਏ ਗੇੜਾ ਤੇਰੇ ਨੰਦਾ ਚੌਰ ਦਾ ਅੱਖਾਂ ਅੱਗੇ ਘੁੰਮ ਜਾਂਦਾ ਬੁਰਜ ਲਾਹੌਰ ਦਾ ਬੱਜੇ ਕਾਦਰਾ ਓਏ ਗੇੜਾ ਤੇਰੇ ਨੰਦਾ ਚੌਰ ਦਾ ਜੀ ਅੱਖਾਂ ਅੱਗੇ ਘੁੰਮ ਜਾਂਦਾ ਬੁਰਜ ਲਾਹੌਰ ਦਾ ਕੀ ਬਾਤ ਹੈ ਬਹੁਤ ਅੱਛੇ ਜਿੱਥੋਂ ਸੀ ਰਗਾਉਂਦਾ ਬਾਬਾ ਮਜੀਠ ਰੰਗਾ ਚੀਰਾ ਓਏ ਕੀ ਬਾਤ ਹੈ ਜੀ ਕੀ ਬਾਤ ਹੈ ਸੀ ਰਗਾਉਂਦਾ ਬਾਬਾ ਮਜੀਠ ਰੰਗਾ ਚੀਰਾ ਓਏ ਜੀ ਤਾਰੀਖ ਪੰਜਾਬ ਮੋੜ ਲਿਖ ਦਈਏ ਵੀਰਾ ਓਏ ਅੱਜ ਮਲਕਾਦਰਾ ਗੱਲ ਸੁਣ ਤੂੰ ਜ਼ਹੀਰਾ ਓਏ ਬਹੁਤ ਅੱਛੇ ਮਾਣ ਜੇ ਜ਼ਹੀਰਾ ਰੁੱਤ ਅੰਬੀਆਂ ਦੇ ਬੂਰ ਦੀ ਦੇਖ ਜਾਈ ਜੂ ਆਗੇ ਆਪਣੇ ਖਨੂਰ ਦੀ ਕੀ ਬਾਤ ਹੈ ਜੀ ਕੀ ਬਾਤ ਹੈ ਮਾਣ ਜੇ ਜ਼ਹੀਰਾ ਆ ਕੇ ਮਾਣ ਜੇ ਜ਼ਹੀਰਾ ਰੁੱਤ ਅੰਬੀਆਂ ਦੇ ਬੂਰ ਦੀ ਦੇਖ ਜਾਈ ਜੂ ਆਗੇ ਆਪਣੇ ਖਨੂਰ ਦੀ ਜੀ ਜਿੱਥੇ ਤੇਰੇ ਬਾਬੇ ਦਾ ਸੀ ਚੱਲਦਾ ਗੱਡੀਰਾ ਓਏ ਕੀ ਬਾਤ ਹੈ ਜੀ ਕੀ ਤਾਰੀਖ ਪੰਜਾਬ ਮੋੜ ਲਿਖ ਦਈਏ ਵੀਰਾ ਓਏ ਲਿਖ ਦਈਏ ਵੀਰਾ ਓਏ ਅੱਜ ਮਲਕਾਦਰਾ ਗੱਲ ਸੁਣ ਤੂੰ ਜ਼ਹੀਰਾ ਓਏ ਖੁੱਲ ਗਿਆ ਲਾਂਗਾ ਧੰਨਵਾਦ ਸਰਕਾਰਾਂ ਦਾ ਨਾਨਕ ਦੇ ਬੇੜੇ ਮੋੜੇ ਜੁੜੀਆਂ ਬਹਾਰਾਂ ਦਾ ਕੀ ਬਾਤ ਹੈ ਖੁੱਲ ਗਿਆ ਲਾਂਗਾ ਧੰਨਵਾਦ ਸਰਕਾਰਾਂ ਦਾ ਨਾਨਕ ਦੇ ਬੇੜੇ ਮੋੜੇ ਜੁੜੀਆਂ ਬਹਾਰਾਂ ਦਾ ਬਹੁਤ ਵਧੀਆ ਬੜਾ ਚਿਰ ਦੇਖ ਲਿਆ ਕਰਕੇ ਕਚੀਰਾ ਓਏ ਤਾਰੀਖ ਪੰਜਾਬ ਮੋੜ ਲਿਖ ਦਈਏ ਵੀਰਾ ਓਏ ਅੱਜ ਮਲਕਾਦਰਾ ਗੱਲ ਸੁਣ ਤੂੰ ਜ਼ਹੀਰਾ ਓਏ ਅੱਜ ਮਲਕਾਦਰਾ ਗੱਲ ਸੁਣ ਤੂੰ ਜ਼ਹੀਰਾ ਓਏ
ਕਿਆ ਬਾਤ ਹੈ, ਬਹੁਤ ਅੱਛੇ। ਇੱਕ ਪੁਕਾਰ ਆ, ਇੱਕ ਮਨ ਦੀ ਆਵਾਜ਼ ਆ ਜਿਹੜੀ ਆ ਉਹ ਮਿਲਣ ਦੀ ਆ ਜਿਹੜੀ। ਤੇ ਇਸ ਦੇ ਨਾਲ ਹੀ ਤੁਸੀਂ ਰੂਪਲਾਲ ਜੀ ਲੋਕ ਕਥਾਵਾਂ ਤੇ ਵੀ ਕੰਮ ਕੀਤਾ। ਜਦੋਂ ਕਿ ਤੁਸੀਂ ਸ਼ੁਰੂ ਕੀਤਾ ਉਦੋਂ ਲੋਕ ਕਥਾਵਾਂ ਦਾ ਦੌਰ ਵੀ ਚੱਲਦਾ ਸੀ, ਹੀਰ ਰਾਂਝਾ, ਸੱਸੀ ਪੁੰਨੂ ਜਾਂ ਹੋਰ ਇਸ ਤਰ੍ਹਾਂ ਦੇ ਕਿੱਸੇ ਵੀ ਚੱਲਦੇ ਸੀ, ਜਾਂ ਲੋਕ ਕਥਾਵਾਂ ਵੀ ਸੀਗੀਆਂ ਜਿਹੜੀਆਂ। ਤੇ ਤੁਸੀਂ ਇਹਨਾਂ ਤੇ ਵੀ ਥੋੜੀ ਕੋਈ ਕਾਵਿ ਜਿਹੜੀ ਹੱਥ ਅਜਮਾਈ ਕੀਤੀ ਸੀ। ਆਪਾਂ ਉਹ ਕਥਾਵਾਂ ਕਦੋਂ ਕੁ ਸ਼ੁਰੂ ਹੁੰਦੀਆਂ, ਕਿੱਥੋਂ ਕੁ ਸ਼ੁਰੂ ਹੁੰਦੀਆਂ ਤੁਹਾਡੇ ਵਾਲੀਆਂ ਜਿਹੜੀਆਂ ਤੁਸੀਂ ਲਿਖੀਆਂ? ਤੇ ਹਾਂਜੀ, ਪੰਜਾਬ ਦੀ ਜਿਹੜੀ ਗਾਇਕੀ ਆ ਉਹ ਲੋਕ ਕਥਾਵਾਂ ਤੋਂ ਬਿਨਾਂ ਅਧੂਰੀ ਆ। ਤੇ ਇਸੇ ਕਰਕੇ ਜਦੋਂ ਦੋ ਗਾਣਿਆਂ ਦਾ ਬਹੁਤ ਟੌਪ ਤੇ ਜਾ ਰਿਹਾ ਸੀ ਯੁੱਗ, ਉਹਦੇ ਬਾਅਦ ਲੋਕ ਕਥਾਵਾਂ ਦਾ ਆ ਜੀ। ਲੋਕ ਕਥਾਵਾਂ ਨੇ ਪੰਜਾਬੀ ਗਾਇਕੀ ਦਾ ਰੰਗ ਢੰਗ ਬਦਲ ਦਿੱਤਾ। ਤੇ ਉਸ ਦੌਰ 'ਚ ਵਿਚਰਦਿਆਂ ਮੈਂ ਵੀ ਜਿੰਨੀਆਂ ਸਾਡੀਆਂ ਟੌਪ ਦੀਆਂ ਲੋਕ ਕਥਾਵਾਂ ਹੈਗੀਆਂ, ਜਿਨ੍ਹਾਂ ਵਿੱਚ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਬਾਲ, ਮਿਰਜ਼ਾ ਸਾਹਿਬਾਂ, ਯੂਸੁਫ ਜ਼ੁਲੈਖਾ, ਲੈਲਾ ਮਜਨੂ, ਇਹ ਲਗਭਗ ਮੈਂ ਸਾਰਿਆਂ ਤੇ ਲਿਖੀਆਂ ਜੀ। ਤੇ ਇੱਕ ਸੱਸੀ ਪੁੰਨੂ ਦੀ ਮਤਲਬ ਜਿਹੜੀ ਲੋਕ ਕਥਾ ਸੱਸੀ ਮੇਰੀ ਰਿਕਾਰਡ ਵੀ ਹੋਈ ਸੀ, ਉਹ ਕੁਝ ਕਾਰਨਾਂ ਕਰਕੇ ਮਤਲਬ ਕੰਪਨੀ ਦਾ ਕੋਈ ਚੱਕਰ ਪੈ ਗਿਆ ਤਾਂ ਨਹੀਂ ਆ ਸਕੀ। ਤੇ ਮਤਲਬ ਚਲੋ ਐਨੀਵੇ ਤੇ ਮੈਂ ਮਤਲਬ ਉਸ ਲੋਕ ਕਥਾਵਾਂ ਵੀ ਲਿਖੀਆਂ ਜੀ। ਜੀ ਆਪਾਂ ਇੱਕ ਤੁਹਾਡੀ ਲੋਕ ਕਥਾ ਦੇ ਨਾਲ ਸਾਂਝ ਪਾਉਂਦੇ ਦਰਸ਼ਕਾਂ ਦੀ, ਤੁਹਾਡੇ ਕੋਲ। ਹਾਂਜੀ ਹਾਂ, ਮੇਰੇ ਕੋਲ ਇਸ ਵੇਲੇ ਸਾਹਿਬਾਂ ਹੈ ਜੀ। ਜੀ ਮੈਂ ਉਹ ਸਾਂਝੀ ਕਰਨੀ ਚਾਹੂੰਗਾ ਦਰਸ਼ਕਾਂ ਨਾਲ ਜੀ। ਕੋਈ ਪੁੱਜਦਾ ਅੱਲਾ ਨੂੰ, ਕੋਈ ਪੁੱਜਦਾ ਏ ਰੱਬ, ਕੋਈ ਪੁੱਜਦਾ ਅੱਲਾ ਨੂੰ, ਕੋਈ ਪੁੱਜਦਾ ਏ ਰੱਬ, ਪੂਜਾ ਯਾਰ ਨੂੰ ਮੈਂ ਲੋਕੋ ਮੇਰੇ ਲੇਖਾਂ ਦਾ ਸਬਬ, ਉਹ ਮੂਰਤ ਤੇ ਮੈਂ ਉਹਦੀ ਸ਼ਾਹ ਕੁੜੀਓ, ਮੈਨੂੰ ਸੋਹਣਾ ਲੱਗੇ ਮਿਰਜ਼ੇ ਦਾ ਨਾਂ ਕੁੜੀਓ। ਕੀ ਬਾਤ ਹੈ ਜੀ, ਕੀ ਬਾਤ ਹੈ। ਮੂਰਤ ਤੇ ਮੈਂ ਉਹਦੀ ਸ਼ਾਹ ਕੁੜੀਓ, ਮੈਨੂੰ ਸੋਹਣਾ ਲੱਗੇ ਮਿਰਜ਼ੇ ਦਾ ਨਾਂ ਕੁੜੀਓ। ਹੋ ਕੇ ਬੱਕੀ ਤੇ ਸਵਾਰ ਮਾਰੇ ਗਲੀ ਜਦ ਗੇੜੇ, ਮੇਰੇ ਰੋਟੀਆਂ ਪਕਾਉਂਦੀ ਇੱਥੋਂ ਡੇਗ ਜਾਣ ਪੇੜੇ। ਹੋ ਕੇ ਬੱਕੀ ਦੇ ਸਵਾਰ ਮਾਰੇ ਗਲੀ ਜਦ ਗੇੜੇ, ਮੇਰੇ ਰੋਟੀਆਂ ਪਕਾਉਂਦੀ ਇੱਥੋਂ ਡਿੱਗ ਜਾਣ ਪੇੜੇ। ਕੀ ਬਾਤ ਹੈ ਜੀ। ਮੈਨੂੰ ਬੈਠ ਸਮਝ ਆਉਂਦੀ ਮੇਰੀ ਮਾਂ ਕੁੜੀਓ, ਮੈਨੂੰ ਬੈਠ ਸਮਝ ਆਉਂਦੀ ਮੇਰੀ ਮਾਂ ਕੁੜੀਓ ਜੀ। ਉਹ ਮੂਰਤ ਤੇ ਮੈਂ ਉਹਦੀ ਸ਼ਾਹ ਕੁੜੀਓ, ਮੈਨੂੰ ਸੋਹਣਾ ਲੱਗੇ ਮਿਰਜ਼ੇ ਦਾ ਨਾਂ ਕੁੜੀਓ ਜੀ। ਜੀ ਸਾਡੇ ਚਿਹਰਾ ਤੋਂ ਨੇ ਦਿਲ ਇੱਕ ਦੂਜੇ ਦੇ ਹਵਾਲੇ, ਜਦੋਂ ਅਲਫ ਤੇ ਬੇ ਅਸੀਂ ਪੜ੍ਹਦੇ ਸੀ ਹਾਲੇ। ਬਹੁਤ ਵਧੀਆ। ਸਾਡੇ ਚਿਹਰਾ ਤੋਂ ਨੇ ਦਿਲ ਇੱਕ ਦੂਜੇ ਦੇ ਹਵਾਲੇ, ਜਦੋਂ ਅਲਫ ਤੇ ਬੇ ਅਸੀਂ ਪੜ੍ਹਦੇ ਸੀ ਹਾਲੇ। ਦਿਲ ਵਿੱਚ ਹੁਣ ਹੋ ਰਿਹਾ ਨੀ ਥਾਂ ਕੁੜੀਓ, ਦਿਲ ਵਿੱਚ ਹੁਣ ਹੋ ਰਿਹਾ ਨੀ ਥਾਂ ਕੁੜੀਓ, ਮੈਨੂੰ ਸੋਹਣਾ ਲੱਗੇ ਮਿਰਜ਼ੇ ਦਾ ਨਾਂ ਕੁੜੀਓ ਜੀ। ਜੀ ਅੱਖਾਂ ਮੇਰੀਆਂ 'ਚ ਦਿਨ ਰਾਤ ਦਾ ਨਬਾਦ ਘੁੰਮੇ, ਜਿੱਥੋਂ ਸੰਦਲੀ ਹਵਾ ਆ ਕੇ ਮੁੱਖ ਮੇਰਾ ਚੁੰਮੇ। ਅੱਖਾਂ ਮੇਰੀਆਂ 'ਚ ਦਿਨ ਰਾਤ ਦਾ ਨਬਾਦ ਘੁੰਮੇ, ਜਿੱਥੋਂ ਸੰਦਲੀ ਹਵਾ ਆ ਕੇ ਮੁੱਖ ਮੇਰਾ ਚੁੰਮੇ ਜੀ। ਮੇਰੇ ਮੈਨੂੰ ਕਾਬੇ ਤੋਂ ਪਿਆਰੀ ਉਹ ਥਾਂ ਕੁੜੀਓ, ਮੈਨੂੰ ਕਾਬੇ ਤੋਂ ਪਿਆਰੀ ਉਹ ਥਾਂ ਕੁੜੀਓ, ਮੈਨੂੰ ਸੋਹਣਾ ਲੱਗੇ ਮਿਰਜ਼ੇ ਦਾ ਨਾਂ ਕੁੜੀਓ। ਸ਼ਾਲਾ ਮਿਰਜ਼ਾ ਨੀ ਮੇਰਾ ਲੈ ਕੇ ਜਨਕਾਰ ਆਵੇ, ਰੂਪ ਸ਼ਹਿਰਾ ਮਾਪਿਆਂ ਦੇ ਇਹੋ ਗੱਲ ਖਾਨੇ ਪਾਵੇ। ਸ਼ਾਲਾ ਮਿਰਜ਼ਾ ਨੀ ਮੇਰਾ ਲੈ ਕੇ ਜਨਕਾਰ ਆਵੇ, ਰੂਪ ਸ਼ਹਿਰਾ ਖਾਨੇ ਮਾਪਿਆਂ ਦੇ ਗੱਲ ਇਹੋ ਪਾਵੇ ਜੀ। ਜੀ ਮੇਰੀ ਜਿੰਦ ਨਹੀਂ ਲੋਕਾਂ ਲਈ ਸਰਾਂ ਕੁੜੀਓ, ਕਿਆ ਬਾਤ। ਮੇਰੀ ਜਿੰਦ ਨਹੀਂ ਲੋਕਾਂ ਲਈ ਸਰਾਂ ਕੁੜੀਓ, ਮੈਨੂੰ ਸੋਹਣਾ ਲੱਗੇ ਮਿਰਜ਼ੇ ਦਾ ਨਾਂ ਕੁੜੀਓ। ਬਹੁਤ ਵਧੀਆ। ਇੱਕ ਸਾਹਿਤਕ ਗੀਤ ਆ ਜਿਹੜੀ ਸਾਹਿਬਾ ਦੀ ਕਥਾ ਦੀ ਜਿਹੜੀ ਗੱਲ ਪਾਤਰ ਦੀ ਗੱਲ ਕੀਤੀ ਆ, ਇੱਕ ਰੋਮਾਂਟਿਕ ਗੀਤ ਆ ਜਿਹੜੇ ਕਹਿੰਦੇ ਆ ਕਿ ਅੱਜ ਕੱਲ੍ਹ ਹਥਿਆਰਾਂ ਦੀ ਗੱਲ ਕਰ ਲਓ, ਗੀਤਾਂ ਦੇ ਵਿੱਚ ਲੱਚਰਤਾ ਦੀ ਗੱਲ ਕਰ ਲਓ, ਉਹੀ ਚੱਲਣ ਵਾਲੇ। ਪਰ ਇਹ ਗੀਤ ਜਦੋਂ ਰਿਕਾਰਡ ਕਿਤੇ ਹੋਵੇਗਾ ਚੱਲੇਗਾ ਤੇ ਵਿਸ਼ਰਤੀਆ ਕਿ ਇਹ ਲੋਕਾਂ ਦੀ ਪਸੰਦ ਬਣੇਗਾ। ਤੇ ਜੀ ਤੇ ਰੂਪਲਾਲ ਜੀ, ਸਾਹਿਤਕ ਜਿਹੜੀ ਆ ਸਿਰਜਣਾ ਦੇ ਨਾਲ ਨਾਲ ਤੁਸੀਂ ਇੱਕ ਸੰਸਥਾਵਾਂ ਵਿੱਚ ਸੰਸਥਾ ਚਲਾ ਰਹੇ ਹੋ, ਜਿਹੜੀ ਆ ਸਾਹਿਤਕ ਸੰਸਥਾ ਆ ਆਦਮਪੁਰ ਦੀ। ਜੀ ਤੇ ਉਹਦੇ ਪ੍ਰਧਾਨ ਹੋ। ਹਾਂਜੀ। ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੀਆਂ ਸਾਹਿਤਕ ਸੰਸਥਾਵਾਂ ਦਾ ਜਿਹੜਾ ਯੋਗਦਾਨ ਆ ਪੰਜਾਬੀ ਬੋਲੀ ਲਈ ਜਾਂ ਪੰਜਾਬੀ ਸਾਹਿਤਕਾਰੀ ਲਈ, ਉਹ ਕਿੰਨਾ ਕੁ ਯੋਗਦਾਨ ਆ? ਕਿ ਇਹਦੇ ਵਿੱਚ ਜਿਹੜੀਆਂ ਸੰਸਥਾਵਾਂ, ਸਾਰੀਆਂ ਸੰਸਥਾਵਾਂ ਦੀ ਗੱਲ ਕਰ ਲਈਏ ਆਪਾਂ, ਉਸਾਰੂ ਰੋਲ ਅਦਾ ਕਰ ਰਹੀਆਂ ਜਿੰਨਾ ਹੋਣਾ ਚਾਹੀਦਾ, ਜਾਂ ਇਹਨਾਂ ਦੇ ਵਿੱਚ ਵੀ ਉਹ ਜਿਹੜੀ ਰਾਜਨੀਤੀ ਆ ਬਹੁਤੀ ਵਾਰੀ ਦੇਖੀਦਾ ਕਿ ਜਿਹੜੀ ਸੰਸਥਾਵਾਂ ਵਿੱਚ ਖਿੱਚਾਤਾਣੀ ਚੱਲਦੀ ਰਹਿੰਦੀ ਆ, ਪ੍ਰਧਾਨਗੀਆਂ ਨੂੰ ਲੈ ਕੇ, ਫੰਡਾਂ ਨੂੰ ਲੈ ਕੇ, ਹੋਰ ਕਈਆਂ ਦੇ ਇੱਕ ਰੋਲ ਜਿਹੜਾ ਕਿੰਨਾ ਕੁ ਅਦਾ ਕਰ ਰਹੀਆਂ ਇਸ ਵੇਲੇ ਜਿਹੜੀ ਸਾਹਿਤ ਸਿਰਜਣਾ ਦੇ ਵਿੱਚ? ਸਾਹਿਤਕ ਸਭਾਵਾਂ ਦਾ ਤਾਂ ਬਹੁਤ ਵੱਡਾ ਰੋਲ ਆ ਜੀ ਸਾਹਿਤ ਨੂੰ ਅੱਗੇ ਲਿਜਾਣ ਦੇ ਵਿੱਚ ਜੀ। ਉਹਨਾਂ ਵਿੱਚ ਮੈਂ ਜ਼ਿਕਰ ਕਰਨਾ ਚਾਹੂੰਗਾ ਪੰਜਾਬੀ ਸਾਹਿਤ ਸਭਾ ਬਰਨਾਲਾ ਦਾ ਜੀ। ਤੇ ਉਹ ਇਹੋ ਜਿਹੀ ਸਭਾ ਆ ਵੀ ਜਿਹਨੇ ਰਾਮ ਸਰੂਪ ਪੜ੍ਹਨੀ ਸ਼ੁਰੂ ਕੀਤਾ ਸੀ, ਤੇ ਉਹਨੇ ਇਹੋ ਜਿਹਾ ਪੌਦਾ ਲਾਇਆ ਕਿ ਉਹ ਸਭ ਤੋਂ ਵੱਧ ਜਿਹੜੇ ਸਾਹਿਤਕਾਰ ਆ ਉਸ ਧਰਤੀ ਤੇ ਪੈਦਾ ਹੋਏ।
ਤੇ ਬਹੁਤ ਨਾਮਵਰ ਸਾਹਿਤਕਾਰ ਤੇ ਓਮ ਪ੍ਰਕਾਸ਼ ਵਿਆਸ ਦਾ ਖਾਸ ਤੌਰ ਤੇ ਅਸੀਂ ਨਾਂ ਲੈ ਸਕਦੇ ਹਾਂ ਜੀ ਜੀ। ਤੇ ਉਹ ਹੁਣ ਤਾਂ ਕਿਹਾ ਜਾਂਦਾ ਵੀ ਜਿਹਨੇ ਪਾਣੀ ਪੀ ਲਿਆ ਬਰਨਾਲੇ ਦਾ ਤੇ ਉਹ ਸਾਹਿਤਕਾਰ ਜ਼ਰੂਰ ਬਣੂਗਾ ਜੀ ਜੀ। ਤੇ ਮਤਲਬ ਬਾਕੀ ਜਿਹੜੀਆਂ ਸਭਾਵਾਂ ਹੈਗੀਆਂ ਪੰਜਾਬ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਬਹੁਤ ਚੱਲ ਰਹੀਆਂ ਤੇ ਉਹ ਯੋਗਦਾਨ ਤੇ ਪਾ ਰਹੀਆਂ, ਪਰ ਜਿਹੋ ਜਿਹਾ ਸਾਡਾ ਸਿਆਸੀ ਢਾਂਚਾ ਬਣ ਗਿਆ ਤੇ ਇਹਨਾਂ ਵਿੱਚ ਵੀ ਸਿਆਸਤ ਚੱਲਦੀ ਆ, ਲੈਗ ਪੁਲਿੰਗ ਚੱਲਦੀ ਆ ਤੇ ਹਰ ਇੱਕ ਜਿਹੜਾ ਮਤਲਬ ਗਰੁੱਪਿਜ਼ਮ ਆ ਤੇ ਆਪਣੇ ਗਰੁੱਪ ਨੂੰ ਅੱਗੇ ਵਧਾ ਰਿਹਾ, ਦੂਜੇ ਨੂੰ ਪਿੱਛੇ ਖਿੱਚ ਰਿਹਾ ਤੇ ਇਹ ਸਿਹਤ ਦੇ ਲਈ ਇਹਨੂੰ ਆਪਾਂ ਸਾਰੂ ਨਹੀਂ ਕਹਿ ਸਕਦੇ। ਤੇ ਸਾਡੇ ਸਾਹਿਤਕਾਰਾਂ ਸਾਰਿਆਂ ਨੂੰ ਚਾਹੀਦਾ ਕਿ ਆਪਾਂ ਸਿਹਤ ਦੀ ਸੇਵਾ ਕਰਨੀ ਆ ਤੇ ਇਹਨਾਂ ਗੱਲਾਂ ਨੂੰ ਸਾਨੂੰ ਬਹੁਤ ਉੱਪਰ ਉੱਠਣ ਦੀ ਲੋੜ ਆ ਜੀ ਜੀ। ਤੇ ਜਿਹੜੀ ਸਾਡੀ ਸਿਹਤ ਸਭਾ ਆਦਮਪੁਰ ਆ ਉਹ ਛੋਟੀ ਜਿਹੀ ਸਿਹਤ ਸਭਾ ਹੈਗੀ ਆ ਤੇ ਉਹਦਾ ਅਸੀਂ ਜਿਹੜੀ ਆ ਸ਼ੁਰੂ ਕੀਤੀ ਸੀ ਅਸੀਂ 2001 ਦੇ ਵਿੱਚ ਤੇ ਉਹ ਨਿਰੰਤਰ ਚੱਲ ਰਹੀ ਆ ਜੀ। ਤੇ ਉਹਦੇ ਮਾਧਿਅਮ ਤੋਂ ਅਸੀਂ ਮਤਲਬ 2 ਕਾਵਿ ਪ੍ਰਕਾਸ਼ਨਾਮਾ ਸਿਹਤ ਨੂੰ ਦੇ ਚੁੱਕੇ ਆ। ਸਾਡੀ ਪਹਿਲੀ ਕਾਵਿ ਸਿਰਜਣਾ ਸੀ ਮਤਲਬ ਰਚਨਾਵਾਂ ਸੀ ਬੁੱਕ ਸੀ ਸਾਂਝੀ ਕਾਵਿ ਰਿਸ਼ਮਾ ਜੀ, ਉਹਦੇ 'ਚ 33 ਕਵੀ ਸ਼ਾਮਲ ਸੀਗੇ ਤੇ ਪਿੱਛੇ ਜੇ ਦੌਰ ਚੱਲਿਆ ਦੂਜੇ ਦਾ ਆਪਣਾ ਕਿਸਾਨੀ ਅੰਦੋਲਨ ਦਾ ਇੰਟਰਨੈਸ਼ਨਲ ਲੈਵਲ ਤੇ ਦੁਨੀਆ ਜਾਣਦੀ ਆ ਤੇ ਉਹਨੂੰ ਮੁੱਖ ਰੱਖਦਿਆਂ ਤੇ ਅਸੀਂ ਫੈਸਲਾ ਕੀਤਾ ਸਾਡੀ ਸਭਾ ਨੇ ਕਿ ਉਹਦੇ ਵਿੱਚ ਵੀ ਯੋਗਦਾਨ ਪਾਇਆ ਜਾਵੇ ਤੇ ਅਸੀਂ ਸਿਆੜ ਦਾ ਪੱਤਣ ਕਿਤਾਬ ਛਾਪੀ ਆ, ਉਹਦੇ ਵਿੱਚ ਦੇਸ਼ ਵਿਦੇਸ਼ ਦੇ 8 ਮੁਲਕਾਂ ਦੇ ਕਵੀ ਸ਼ਾਮਲ ਉਹਦੇ ਵਿੱਚ ਆ ਤੇ ਉਹ ਬੜੀ ਬੁੱਕ ਚਰਚਾ ਵਿੱਚ ਆ ਤੇ ਉਹ ਅਸੀਂ ਬੁੱਕ ਪ੍ਰਕਾਸ਼ਨਾ ਕੀਤੀ ਆ ਤੇ ਜਿਹੜੀ ਮਤਲਬ ਕਾਫੀ ਪਪੂਲਰ ਹੋ ਰਹੀ ਆ ਜੀ। ਜਾਣੀ ਕਿ ਕਹਿਣ ਦਾ ਭਾਵ ਹੈ ਜਿਹੜੀਆਂ ਸਾਹਿਤ ਸਭਾਵਾਂ ਜਿਹੜੀਆਂ ਸਾਰੀਆਂ ਤਾਂ ਨਹੀਂ, ਕੁਝ ਸੰਸਥਾਵਾਂ ਹੈਗੇ ਜਿਹੜੀਆਂ ਸਾਹਿਤ ਦੇ ਵਿੱਚ ਜੇ ਯੋਗਦਾਨ ਪਾ ਰਹੀਆਂ, ਚੰਗਾ ਯੋਗਦਾਨ ਪਾ ਰਹੀਆਂ ਤੇ ਇਹ ਗੱਲਾਂ ਬਾਤਾਂ ਆਪਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਤੁਹਾਡੇ ਨਾਲ ਸੰਬੰਧਿਤ ਜਿਹੜੀਆਂ ਹੋਰ ਗੱਲਾਂ ਕਰਾਂਗੇ ਦਰਸ਼ਕੋ। ਫਿਰ ਇੱਕ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਥੋੜੇ ਜਿਹੇ ਸਮੇਂ ਬਾਅਦ ਹੁਣੇ ਆਏ, ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਸਾਡੇ ਨਾਲ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ईस्ट कोस्ट दी शानदार ट्रकिंग कंपनी टिब्बी एक्सप्रेस इंक न्यू जर्सी, पेंसिल्वेनिया, ओहायो, इंडियाना कंटकी वास्ते पक्के अते बैंक एंड फोर्थ लोड डेडिकेटेड रन एंड हुकअप ड्रॉप दी सुविधा। नवे ट्रक अते ड्राइवरां नू वधिया रेट, 6 महीने बाद ड्राइवर भरावां नू बोनस, सवेर तो शाम तक लोकल काम करन वाले ड्राइवरां वीरां नू $25 प्रति घंटा। न्यू जर्सी, पेंसिल्वेनिया, ओहायो, इंडियाना कंटकी वास्ते लोकल काम लई ड्राइवर वीर संपर्क करो। कॉल हैप्पी टिब्बी 6099474777। ਮੈਟਾਵਨ ਡੇ ਕੇਅਰ ਸੈਂਟਰ ਇੱਕ ਮੈਡੀਕਲ ਡੇ ਕੇਅਰ ਪ੍ਰੋਗਰਾਮ ਹੈ ਜੋ ਮੈਟਾਵਨ ਅਤੇ ਆਸ-ਪਾਸ ਦੇ ਖੇਤਰਾਂ ਦੀ ਸੇਵਾ ਕਰਦਾ ਹੈ। ਇੱਥੇ ਲਾਇਸੈਂਸਸ਼ੁਦਾ ਨਰਸਿੰਗ ਕਰਮਚਾਰੀ, ਲਾਇਸੈਂਸਸ਼ੁਦਾ ਸੋਸ਼ਲ ਵਰਕਰ, ਪ੍ਰਮਾਣਿਤ ਡਾਈਟੀਸ਼ੀਅਨ, ਗਤੀਵਿਧੀਆਂ ਦੇ ਨਿਰਦੇਸ਼ਕ, ਤੁਹਾਡੀ ਸਿਹਤ ਸਥਿਤੀਆਂ ਦੀ ਨਿਗਰਾਨੀ, ਸਰੀਰਕ ਅਤੇ ਕਿੱਤਾਮੁਖੀ ਥੈਰੇਪੀ ਦਾ ਤਾਲਮੇਲ, ਗਰੁੱਪ ਐਕਟੀਵਿਟੀ, ਐਕਸਰਸਾਈਜ਼, ਆਰਟ ਅਤੇ ਹੋਰ ਵੀ ਬਹੁਤ ਕੁਝ। ਤੁਹਾਡੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮੋਨੀਟਰਿੰਗ, ਡੋਰ ਟੂ ਡੋਰ ਟਰਾਂਸਪੋਰਟੇਸ਼ਨ ਦੀ ਸੁਵਿਧਾ ਦੇ ਨਾਲ ਗਰਮ ਤੇ ਪੌਸ਼ਟਿਕ ਨਾਸ਼ਤਾ ਤੇ ਲੰਚ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਸਾਡਾ ਸਟਾਫ ਖਰੀਦਦਾਰੀ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਹੈ। ਸਾਡੇ ਨਾਲ ਹੇਠ ਲਿਖੇ ਪਤੇ ਤੇ ਸੰਪਰਕ ਕਰੋ। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ, ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, Oak Tree Road, Islin, New Jersey. Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ
ਸੁਹਾਗ ਜੁਐਲਰਸ 1367 ਓਕ ਟ੍ਰੀ ਰੋਡ, ਇਸਲੈਂਡ, ਨਿਊ ਜਰਸੀ। ਬਾਜ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਖਾਸ ਮੁਲਾਕਾਤ ਵਿੱਚ ਸਵਾਗਤ। ਅੱਜ ਦੇ ਸਾਡੇ ਮਹਿਮਾਨ ਨੇ ਰੂਪਲਾਲ ਰੂਪ ਜੀ। ਰੂਪਲਾਲ ਜੀ, ਗੱਲ ਚੱਲ ਰਹੀ ਸੀ ਸਹਿਤ ਸਭਾਵਾਂ ਦੀ। ਸਹਿਤ ਸਭਾਵਾਂ ਉਸਾਰੂ ਰੋਲ ਅਦਾ ਕਰ ਰਹੀਆਂ ਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਤੁਹਾਡੀ ਜਿਹੜੀਆਂ ਸਾਹਿਤਕ ਵੰਨਗੀਆਂ ਜਿਹੜੀਆਂ ਤੁਸੀਂ ਲਿਖੀਆਂ, ਵੱਖ-ਵੱਖ ਕਵਿਤਾ ਲਿਖੀ, ਗੀਤ ਲਿਖੇ, ਹੋਰ ਵੀ ਜਿਹੜੀਆਂ ਵਾਰਤਕ ਵੀ ਲਿਖੀ, ਤੇ ਅੱਜ ਕੱਲ੍ਹ ਜਿਹੜੀ ਆ ਤੁਸੀਂ ਹਾਈਕੂ ਤੇ ਕੰਮ ਕਰ ਰਹੇ ਹੋ। ਹਾਈਕੂ ਵੀ ਇੱਕ ਵਿਧਾ, ਨਵੀਂ ਵਿਧਾ ਕਹਿ ਲਓ। ਤੇ ਜਿਸ ਤਰ੍ਹਾਂ ਪੰਜਾਬੀ ਸਾਹਿਤ ਦੇ ਵਿੱਚ ਖੁੱਲੀ ਕਵਿਤਾ ਆਈ ਸੀ, ਖੁੱਲੀ ਕਵਿਤਾ ਨੂੰ ਇੰਨਾ ਮਾਣ ਸਤਿਕਾਰ ਨਹੀਂ ਮਿਲਿਆ। ਬੇਸ਼ੱਕ ਉਹ ਖੁੱਲੀ ਕਵਿਤਾ ਅੱਜ ਵੀ ਬਹੁਤ ਵਧੀਆ ਲਿਖੀ ਜਾ ਰਹੀ ਹੈ, ਪਹਿਲਾਂ ਵੀ ਲਿਖੀ ਗਈ ਸੀਗੀ। ਇਸ ਤਰ੍ਹਾਂ ਵੀ ਹਾਈਕੂ ਨੂੰ ਵੀ ਜਿਹੜਾ ਕੋਈ ਉਹ ਮਾਣ ਸਤਿਕਾਰ ਪੂਰਾ ਮਿਲ ਨਹੀਂ ਰਿਹਾ ਜਿਸ ਤਰ੍ਹਾਂ ਬਾਕੀ ਸਾਹਿਤਕ ਵੰਨਗੀਆਂ ਨੂੰ ਆ। ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਇਹਦਾ ਕੀ ਕਾਰਨ ਆ ਕਿ ਜਿਹੜੀ ਨਵੀਂ ਕਵਿਤਾ ਜਾਂ ਨਵੇਂ ਆਉਂਦਾ ਕੋਈ ਨਾ ਕੋਈ ਵੰਨਗੀ ਆਉਂਦੀ ਹੈ ਕਿਸੇ ਵੀ ਸਾਹਿਤ ਵਿੱਚ, ਉਹਨੂੰ ਸਵੀਕਾਰ ਕਿਉਂ ਨਹੀਂ ਕੀਤਾ ਜਾਂਦਾ ਇੰਨੀ ਸ਼ਿੱਦਤ ਦੇ ਨਾਲ ਜਿੰਨੀ ਹੋਣੀ ਚਾਹੀਦੀ ਆ? ਜੀ, ਜਿਹੜੀ ਮਤਲਬ ਕੋਈ ਵੀ ਨਵੀਂ ਬਣ ਗਈ ਆ, ਉਹਨੂੰ ਜੀਆ ਕਹਿਣਾ ਬਣਦਾ। ਕਿਉਂਕਿ ਜੇ ਅਸੀਂ ਉਹੀ ਰਵਾਇਤੀ ਗਜ਼ਲ, ਬੈਂਤ, ਕੂੜਾ ਛੰਦ, ਡੋਡਾ ਛੰਦ ਇਹੋ ਜਿਹੀ ਲਿਖੀ ਜਾਵਾਂਗੇ ਤੇ ਅਸੀਂ ਅੱਗੇ ਨਹੀਂ ਵੱਧ ਸਕਦੇ ਜੀ। ਕਿਉਂਕਿ ਜਿਹੜੇ ਮਤਲਬ ਸਾਡੀਆਂ ਪੁਰਾਣੀਆਂ ਕਵਿਤਾਵਾਂ ਹੈਗੀਆਂ ਉਹ ਬੜੀਆਂ ਲੰਬੀਆਂ ਹੁੰਦੀਆਂ ਤੇ ਕਈ ਇਹੋ ਜਿਹੀਆਂ ਗੱਲਾਂ ਅਸੀਂ ਬਹੁਤ ਥੋੜੇ ਸ਼ਬਦਾਂ ਵਿੱਚ ਵੀ ਕਹਿ ਸਕਦੇ ਹਾਂ। ਤੇ ਹਾਈਕੂ ਜਿਹੜੀ ਆ, ਹਾਈਕੂ ਉਹ ਇੱਕ ਇਹੋ ਜਿਹੀ ਵਿਧਾ ਆ ਵੀ ਜਿਹੜੀ ਸਿਰਫ 17 ਅੱਖਰਾਂ ਦੀ ਕਵਿਤਾ, 3 17 17 ਅੱਖਰਾਂ, 5 7 5, ਤੇ ਉਹਦੇ ਵਿੱਚ ਵੀ ਅਸੀਂ ਬਹੁਤ ਚੰਗੀ ਗੱਲ ਕਹਿ ਸਕਦੇ ਹਾਂ ਤੇ ਇੱਕ ਸੁਨੇਹਾ ਦੇਣਾ ਹੁੰਦਾ ਜੀ ਤੇ ਉਹ ਦਿੱਤਾ ਜਾ ਸਕਦਾ ਜੀ। ਤੇ ਇਸ ਵੇਲੇ ਜਿੰਨਾ ਕੁ ਮੇਰੀ ਜਾਣਕਾਰੀ ਆ, ਕਿਉਂਕਿ ਮੈਂ ਇਹੋ ਜਿਹੀ ਸਭਾਵਾਂ ਨਾਲ ਜੁੜਿਆ ਔਰ ਉਹਦੀਆਂ ਪ੍ਰਕਾਸ਼ਨਾਵਾਂ ਵੀ ਆ ਚੁੱਕੀਆਂ ਕਾਫੀ, ਤੇ ਇਹ ਜਾਪਾਨੀ ਵਿਧਾ ਹੈਗੀ ਆ ਤੇ ਹਾਈਕੂ, ਤਾਂਕਾ, ਸੰਦੋਕਾ ਵਗੈਰਾ ਵਗੈਰਾ ਇਹਨਾਂ ਦੀਆਂ ਕਿਤਾਬਾਂ ਆ ਚੁੱਕੀਆਂ। ਤੇ ਦੁਏ ਦੇ ਉੱਤੇ ਕਸ਼ਮੀਰੀ ਲਾਲ ਚਾਵਲਾ ਮੁਕਤਸਰ ਵਾਲੇ ਉਹਨਾਂ ਨੇ ਬਹੁਤ ਕੰਮ ਕੀਤਾ ਤੇ ਮਤਲਬ 50 ਕਿਤਾਬਾਂ ਮੇਰੇ ਧਿਆਨ 'ਚ ਆ ਵੀ ਹਾਈਕੂ ਤੇ ਆ ਚੁੱਕੀਆਂ ਤੇ ਇਹ ਸਹਿਜੇ ਪਾਪੂਲਰ ਹੋ ਚੁੱਕੀ ਆ ਤੇ ਯੂਨੀਵਰਸਿਟੀਆਂ ਇਹਦਾ ਨੋਟਸ ਲੈਣਾ ਸ਼ੁਰੂ ਕਰ ਦਿੱਤਾ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਪਾਪੂਲਰ ਹੋਣ ਦੀ ਸੰਭਾਵਨਾ ਹੈਗੀ ਆ। ਬਹੁਤ ਲੇਖਕ ਜਾਂ ਆਲੋਚਕ ਵੀ ਕਹਿੰਦੇ ਆ ਕਿ ਜਿਹੜਾ ਹਾਈਕੂ ਆ ਉਹ ਸਾਡੇ ਹਾਈਕੂ ਦੀ ਜਿਹੜੀ ਆ ਬਦਲੇ ਉਹਦਾ ਕਹਿ ਦੋ ਟੱਪਾ ਸਾਡੇ ਕੋਲ ਪਹਿਲਾਂ ਹੀ ਹੈ ਪੰਜਾਬੀ ਸਾਹਿਤ ਵਿੱਚ। ਜੇ ਹਾਈਕੂ ਦੀ ਬਜਾਏ ਉਹਨੂੰ ਟੱਪਾ ਕਹਿ ਲਿਆ ਜਾਵੇ, ਉਹ ਵੰਨਗੀ ਜਿਹੜੀ ਆ ਉਹਦਾ ਫਾਰਮੈਟ ਜਿਹੜਾ ਉਹੋ ਜਿਹਾ ਹੀ ਆ ਲਗਭਗ। ਤੇ ਇਹਦੇ ਵਿੱਚ ਕੀ ਹਰਜ ਆ ਜਿਹੜਾ ਆਪਾਂ ਕੋਲ ਸਾਡੇ ਕੋਲ ਪਹਿਲਾ ਫਾਰਮੈਟ ਕਿਆ ਹੋਇਆ ਆ ਟੱਪੇ ਦਾ, ਉਸ ਤਰ੍ਹਾਂ ਦੀ ਜਿਹੜੀ ਸਾਹਿਤ ਦੀ ਸਿਰਜਣਾ ਉਸੇ ਕਿਉਂ ਨਹੀਂ ਕੀਤੀ ਜਾ ਸਕਦੀ ਜਿਹੜੀ ਇਹਦੇ ਵਿੱਚ ਟੱਪੇ ਦੇ ਵਿੱਚ ਜਿਹੜੀ ਆਪਾਂ ਹਾਈਕੂ ਕਹਿੰਦੇ ਅੱਜ? ਜਿਹੜਾ ਟੱਪਾ ਨਾ ਉਹਦੀ ਕੋਈ ਆਪਣੀਆਂ ਸੀਮਾਵਾਂ ਹੈਗੀਆਂ ਜਾਂ ਉਹ ਕੋਈ ਗਾਉਣ ਦੀ ਵਿਧਾ ਆ। ਹਾਈਕੂ ਗਾਉਣ ਵਾਲਾ ਨਹੀਂ ਹੈ, ਉਹ ਵਿਚਾਰ ਦੀ ਵਿਧਾ ਜੀ। ਕਈ ਵਿਚਾਰ ਜਿਹੜੇ ਆ ਉਹ ਗਾਏ ਨਹੀਂ ਜਾ ਸਕਦੇ ਪਰ ਆਖਣੇ ਜ਼ਰੂਰੀ ਆ ਜੀ। ਉਹ ਜਿਹੜਾ ਸੁਨੇਹਾ ਆ ਉਹ ਜੋ ਟੱਪੇ ਦੇਣਾ ਉਹ ਤਾਂ ਮਤਲਬ ਇੱਕ ਵੱਖਰੀ ਚੀਜ਼ ਆ ਨਾ, ਮਤਲਬ ਸੰਗੀਤ ਦੇ ਨਾਲ ਸੰਬੰਧਿਤ ਆ ਤੇ ਮਤਲਬ ਹਾਈਕੂ ਦੀ ਆਪਣਾ ਥਾਂ ਹੈ, ਉਹਦਾ ਆਪਣਾ ਥਾਂ ਆ ਜੀ ਜੀ। ਤੇ ਤੁਸੀਂ ਵੀ ਹਾਈਕੂ ਤੇ ਕੰਮ ਕਰ ਰਹੇ ਹੋ ਅੱਜ ਕੱਲ੍ਹ, ਆਪਾਂ ਸਾਂਝ ਪਾਉਂਦੇ ਆ ਤੁਹਾਡੇ ਕੁਝ ਹਾਈਕੂ ਜਿਹੜੀ ਆ ਦਰਸ਼ਕਾਂ ਦੇ ਨਾਲ। ਹਾਂਜੀ, ਮੇਰੇ ਹਾਈਕੂ ਜਿਹੜੇ ਆ ਇੱਕ ਕਿਤਾਬ ਛਪੀ ਆ, ਅੰਤਰਰਾਸ਼ਟਰੀ ਹਾਈਕੂ ਇੱਕ ਸੰਸਥਾ ਬਣੀ ਆ ਬਠਿੰਡੇ, ਉਹਨਾਂ ਨੇ ਤੇ ਬਹੁਤ ਕੰਮ ਕੀਤਾ ਜੀ। ਪਰਮਜੀਤ ਰਾਮਗੜੀਆ ਦੇ ਮਤਲਬ ਮੁਖੀ ਹੈਗੇ ਆ ਤੇ ਉਹਨਾਂ ਨੇ ਕਾਫੀ ਕੰਮ ਕੀਤਾ, ਬੜੀ ਸ਼ਿੱਦਤ ਨਾਲ ਲੱਗੇ ਆ ਤੇ ਉਹਨਾਂ ਨੇ ਸੈਦੋਕਾ, ਹਾਕੂ, ਤਾਂਕਾ ਤੇ ਕਿਤਾਬ ਜਿਹੜੀ ਆ ਉਹ ਛਾਪੀਆਂ ਜੀ। ਤੇ ਮੇਰੀ ਇੱਕ ਬਿਹਾਰੀ ਕੌਰ ਤੋਂ ਬਸਿਆ ਇੱਕ ਹਾਈਕੂ ਬੁੱਕ ਹੈਗੀ ਆ, ਉਹ 'ਚ 9 ਹਾਈਕੂ ਕਰ ਸ਼ਾਮਲ ਆ, ਉਹਨਾਂ ਵਿੱਚ ਮੈਂ ਵੀ ਸ਼ਾਮਲ ਆ ਤੇ ਉਸ ਵਿਧਾ ਦੇ ਉੱਤੇ ਜਾਣੀ ਕਿ ਜਿਹੜਾ ਕੰਮ ਕਰਨ ਦਾ ਬਹੁਤ ਵੱਖਰਾ ਆਨੰਦ ਆਇਆ। ਤੇ ਹਾਈਕੂ ਦੇ ਉੱਤੇ ਵਿੱਚ ਮੈਂ ਤਾਂ ਹੋਰ ਵੀ ਨਵੇਂ ਤਜਰਬੇ ਕਰ ਰਿਹਾ ਜੀ ਜੀ। ਤੇ ਚਲੋ ਮਤਲਬ ਮੈਂ ਤੁਹਾਨੂੰ ਆਪਣੀ ਵੰਨਗੀ ਸੁਣਾ ਦਿੰਦਾ ਜੀ। ਕੌਮੀ ਜਵਾਨ ਹੋਵਣ ਇੱਕ ਜਾਨ, ਝੂਲੇ ਨਿਸ਼ਾਨ ਜੀ। ਇੱਕ ਨਵੀਂ ਚ ਗੱਲ ਕੀ ਆ ਕਿ ਤਿੰਨਾਂ ਦੇ ਵਿੱਚ ਪਿੱਛੋਂ ਸ਼ਬਦ ਮਿਲਦੇ ਆ, ਕੌਮੀ ਜਵਾਨ, ਹੋਵਣ ਇੱਕ ਜਾਨ, ਝੂਲੇ ਨਿਸ਼ਾਨ, ਜਾਣੀ ਕਿ ਕਾਫੀਆ ਮਿਲਾਤਾ ਪਰ ਜਿਹੜਾ ਹਾਈਕੂ ਆ ਉਹ ਚ ਕਾਫੀਆ ਮਿਲਾਉਣਾ ਜ਼ਰੂਰੀ ਨਹੀਂ, ਪਰ ਇਹ ਮੈਂ ਨਵਾਂ ਤਜਰਬਾ ਕੀਤਾ ਵੀ ਏਦਾਂ ਵੀ ਆਪਾਂ ਗੱਲ ਨੂੰ
ਕਹਿ ਸਕਦੇ ਇੱਕ ਰਸ ਪੈਦਾ ਹੋ ਜਾਂਦਾ ਰਸ ਪੈਦਾ ਹੋ ਜਾਂਦਾ ਜੀ, ਤੇ ਸੁਣਨ ਵਾਲੇ ਨੂੰ ਵੀ ਚੰਗਾ ਲੱਗਦਾ, ਕਹਿਣ ਵਾਲੇ ਨੂੰ ਚੰਗਾ ਲੱਗਦਾ। ਜਿਹੜੀ ਕਵਿਤਾ ਉਹ ਇੱਕ ਕੰਨ ਰਸ ਹੈ, ਜਿਹਦੇ ਰਸ ਨਹੀਂ ਆਉਂਦਾ ਨਾ ਉਹਨਾਂ ਚਿਰ ਮਤਲਬ ਉਹ ਕਵਿਤਾ ਨੂੰ ਚੰਗੀ ਨਹੀਂ ਲੱਗਦੀ। ਜਿਹੜੀ ਹੈ ਨਾ ਖੁੱਲੀ ਕਵਿਤਾ, ਉਹ ਤਾਂ ਹੈ ਤਾਂ ਬਹੁਤ ਜ਼ੋਰਦਾਰ ਆ, ਵਿਚਾਰ ਬੜੇ ਜ਼ੋਰਦਾਰ ਹੁੰਦੇ ਆ, ਪਰ ਇਸ ਕਰਕੇ ਉਹ ਨੀਸ ਜਿਹੀ ਬਣ ਜਾਂਦੀ ਆ ਕਿ ਉਹਦੇ ਵਿੱਚ ਕਾਫੀਆ ਨਹੀਂ ਮਿਲਦਾ ਤੇ ਰਸ ਨਹੀਂ ਹੋ ਜਾਂਦਾ ਜਿਹੜਾ ਹੋਣਾ ਚਾਹੀਦਾ। ਸੰਗੀਤ ਜਿਹੜੀ ਉਹ ਗਾਇਬ ਹੋ ਜਾਂਦਾ ਸੰਗੀਤ ਦੇ ਵਿੱਚੋਂ। ਤੇ ਇਹ ਮਤਲਬ ਇਹੋ ਜਿਹੇ ਵਿਲ ਹਾਈਕੂ ਦੀ ਰਚਨਾ ਜਿਹੜੀ ਆ ਉਹ ਕੀਤੀ ਜਾ ਰਹੀ ਆ, ਤੇ ਮੇਰੀ ਆਪਣੀ ਬੁੱਕ ਵੀ ਅਸੀਂ ਤਿਆਰ ਕਰ ਰਹੇ ਹਾਂ, ਲਗਭਗ ਉਹ ਕੰਪਲੀਟ ਹੋ ਚੁੱਕੀ ਆ। ਜੀ ਆਪਾਂ ਇੱਕ ਦੋ ਹੋਰ ਹਾਈਕੂ ਨਾਲ ਸਾਂਝ ਪਾਉਂਦੇ ਦਰਸ਼ਕਾਂ ਦੀ। ਹਾਂਜੀ ਹਾਂਜੀ। ਕਰੋ ਐਲਾਨ ਹੋਈਏ ਕਰਵਾਨ ਗੱਡ ਨਿਸ਼ਾਨ, ਕੌਮ ਮਹਾਨ ਝੂਲੇ ਉੱਚਾ ਨਿਸ਼ਾਨ ਸਦੀਵੀ ਸ਼ਾਨ। ਜੀ ਬਹੁਤ ਵਧੀਆ, ਫਿਰ ਸੁਣੋ ਨਾ ਜੀ। ਕੌਮ ਮਹਾਨ ਝੂਲੇ ਉੱਚਾ ਨਿਸ਼ਾਨ ਸਦੀਵੀ ਸ਼ਾਨ। ਇਹਨਾਂ ਦੀ ਜਿਹੜੀ ਮਤਲਬ ਵਿਆਖਿਆ ਜਿੱਡੀ ਮਰਜ਼ੀ ਲੰਬੀ ਕਰ ਲਈਏ, ਤੇ ਇਹਨਾਂ ਸ਼ਬਦਾਂ ਦੇ ਵਿੱਚ ਇੱਕ ਜਿਹੜੀ ਕਿ ਕੋਈ ਕਹਾਣੀ ਹੈ, ਕੋਈ ਗੱਲ ਹੈ ਜਿਹੜੀ ਥੋੜੇ ਚੋਣੀ ਸ਼ਬਦਾਂ ਵਿੱਚ ਆਖੀ ਗਈ ਹੈ। ਗਾਗਰ ਦੇ ਵਿੱਚ ਸਾਗਰ ਭਰਨਾ ਹੁੰਦਾ। ਬਸ ਉਹ ਗਾਗਰ ਸਾਗਰ ਭਰਨ ਵਾਲੀ ਗੱਲ ਆ। ਤੇ ਰੂਪਲਾਲ ਜੀ, ਇੱਕ ਕਿਤਾਬ ਜਿਹਦਾ ਹੁਣੇ ਹਾਲ ਹੀ ਵਿੱਚ ਤੁਸੀਂ ਆਈ ਆ, ਜੇ ਉਹਦਾ ਜ਼ਿਕਰ ਨਾ ਕਰੀਏ ਸ਼ਾਇਦ ਇਹ ਆਪਣੀ ਜਿਹੜੀ ਆ ਵਿਚਾਰ ਚਰਚਾ ਜਾਂ ਇੰਟਰਵਿਊ ਕਹਿ ਲਓ, ਖਾਸ ਮੁਲਾਕਾਤ ਅਧੂਰੀ ਮੈਨੂੰ ਜਾਪੇਗੀ ਲੱਗਦਾ ਰਹੇਗੀ। ਤੇ ਜਿਹੜੀ ਤੁਸੀਂ ਖੋਜ ਭਰਪੂਰ ਕੀਤੀ ਆ, ਕਾਫੀ ਸਮਾਂ ਉਹਦੇ ਤੇ ਜ਼ਿੰਦਗੀ ਦਾ ਲਾਇਆ, ਗੁਰੂ ਰਵਿਦਾਸ ਪ੍ਰਗਾਸ ਦੀ ਖੋਜ। ਜੀ ਉਸ ਕਿਤਾਬ ਬਾਰੇ ਆਪਾਂ ਜਿਹੜੀ ਆ ਜਾਂਦੇ ਜਿਹੜੀ ਆ ਵਿਸਥਾਰ ਦੇ ਨਾਲ ਤਾਂ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਆਪਾਂ ਕੋਲ ਸਮੇਂ ਦੀ ਕਮੀ ਆ, ਪਰ ਉਹ ਫਿਰ ਵੀ ਆਪਾਂ ਜੋ ਵੀ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਜਿਹੜਾ ਦਰਸ਼ਕਾਂ ਨਾਲ ਸਾਂਝ ਪਾਓ ਆਪਣੀ ਉਹਦੀ ਕਿਤਾਬ ਦੀ। ਗੁਰੂ ਰਵਿਦਾਸ ਪ੍ਰਗਾਸ ਦੀ ਖੋਜ, ਇਹ ਲਿਖਣ ਦਾ ਮਨ ਮੈਂ ਬਣਾ ਲਿਆ ਸੀ 2015 ਦੇ ਵਿੱਚ। ਜੀ ਉਦੋਂ ਮੈਂ ਇਨ ਸਰਵਿਸ ਸੀ ਹਾਲੇ ਜੀ, ਕਿਉਂਕਿ ਉਦੋਂ ਪਹਿਲਾਂ ਦਾ ਬਹੁਤ ਮੇਰੇ ਮਨ 'ਚ ਸੀਗਾ ਵੀ ਜਿਹੜਾ ਗੁਰੂ ਰਵਿਦਾਸ ਮਹਾਰਾਜ ਹੈਗੇ ਆ, ਉਹਨਾਂ ਦੀ ਜੀਵਨੀ ਦੇ ਨਾਲ ਜਿਹੜੇ ਵਿਦਵਾਨ ਆ ਉਹਨੇ ਬਹੁਤ ਕੰਮ ਕੀਤਾ, ਪਰ ਬਹੁਤ ਸਾਰੇ ਪੱਖ ਅਜਿਹੇ ਆ ਜਿਹੜੇ ਹਾਲੇ ਪ੍ਰਕਾਸ਼ ਵਿੱਚ ਨਹੀਂ ਆਏ। ਜੀ ਤੇ ਉਹ ਪ੍ਰਕਾਸ਼ ਲਿਆਉਣ ਦੇ ਲਈ ਮੈਂ ਜਿਹੜੇ 125 ਸਾਲ ਪੁਰਾਣੇ ਗ੍ਰੰਥ ਆ ਉਹਨਾਂ ਨੂੰ ਪੜ੍ਹਿਆ। ਉਹਨਾਂ ਦੇ ਵਿੱਚ ਜਿਹੜਾ ਜ਼ਿਕਰ ਆਇਆ ਵੀ ਗੁਰੂ ਰਵਿਦਾਸ ਮਹਾਰਾਜ, ਇਸ਼ਾਰੇ ਮਾਤਰ ਵੀ ਗੁਰੂ ਰਵਿਦਾਸ ਮਹਾਰਾਜ ਮੁਲਤਾਨ ਗਏ, ਜਾਂ ਉਹ ਮਤਲਬ ਮਾਂਡੋ ਗਏ, ਜਾਂ ਉਹ ਦਵਾਰਕਾ ਗਏ, ਜਾਂ ਸਰਸਈ ਗਏ, ਉਹ ਥਾਵਾਂ ਤੇ ਜਾ ਕੇ ਮੈਂ ਆਪ ਦੇਖਿਆ। ਜੀ ਇਸ ਕੰਮ ਲਈ ਮੈਨੂੰ 5 ਸਾਲ ਲੱਗੇ। ਜੀ 16 ਵਿੱਚ ਮੈਂ ਸ਼ੁਰੂ ਕੀਤਾ ਸੀ, ਫਰਵਰੀ 16 ਤੋਂ, ਤੇ 21 ਤੱਕ ਮੈਂ ਸਾਰੇ ਇੰਡੀਆ ਦਾ ਟੋਟਲ ਇੰਡੀਆ ਦਾ ਭ੍ਰਮਣ ਕੀਤਾ। ਸਿਰਫ ਅਸਾਮ ਦੀਆਂ ਸਟੇਟਸ ਛੱਡ ਕੇ, 7 ਸਟੇਟਸ ਛੱਡ ਕੇ ਮੈਂ ਸਾਰੇ ਹਿੰਦੁਸਤਾਨ 'ਚ ਗਿਆ, ਸਾਰੇ ਭਾਰਤ ਵਿੱਚ ਗਿਆ। ਤੇ ਉਹ ਮੈਂ ਥਾਵਾਂ ਅੱਖੀਂ ਦੇਖੀਆਂ ਜਿੱਥੇ ਮਤਲਬ ਗੁਰੂ ਰਵਿਦਾਸ ਮਹਾਰਾਜ ਨੇ ਚਰਨ ਪਾਏ। ਜੀ ਤੇ ਜੋ ਕਿਤਾਬਾਂ ਸਾਨੂੰ ਪੜ੍ਹਾਇਆ ਜਾ ਰਿਹਾ, ਪੜ੍ਹਿਆ ਜਾ ਛਪਿਆ, ਉਹਦਾ ਤੇ ਗਰਾਊਂਡ ਲੈਵਲ ਤੇ ਹਕੀਕਤ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਆ। ਮੈਂ ਉਹ ਸਾਰੇ ਭਰਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਉਹ ਕਿਤਾਬ ਮੇਰੀ ਪ੍ਰਕਾਸ਼ 'ਚ ਆ ਚੁੱਕੀ ਆ ਔਰ ਮਾਰਕੀਟ ਵਿੱਚ ਚੱਲ ਰਹੀ ਆ, ਤੇ ਉਹਦਾ ਰਿਸਪੌਂਸ ਬਹੁਤ ਅੱਛਾ ਆ ਰਿਹਾ। ਜਿਹੜੇ ਪੜ੍ਹੀ ਵਿਦਵਾਨ ਨੇ ਉਹਦਾ ਨਹੀਂ ਕਿ ਅੱਛਾ ਰਿਸਪੌਂਸ ਆ ਰਿਹਾ ਕਿ ਇਹ ਗੱਲਾਂ ਪਹਿਲਾਂ ਪ੍ਰਕਾਸ਼ ਵਿੱਚ ਨਹੀਂ ਆਈਆਂ। ਜੀ ਚਲੋ ਪ੍ਰਮਾਤਮਾ ਕਰਿਓ ਸਾਡੇ ਸਾਰੇ ਲੋਕ ਪੜ੍ਹਨ ਉਹਨੂੰ ਕਿਤਾਬ ਨੂੰ, ਜਿਹੜਾ ਗਿਆਨ ਜਿਹੜਾ ਪ੍ਰਕਾਸ਼ ਆ ਉਹਦਾ ਹੋਰ ਹੋਵੇ। ਤੇ ਸਮਾਂ ਹੁਣ ਆਪਣਾ ਇਜਾਜ਼ਤ ਨਹੀਂ ਦਿੰਦਾ, ਗੱਲਾਂ ਤੇ ਹੋਰ ਵੀ ਬਹੁਤ ਸਾਰੀਆਂ ਨੇ, ਫਿਰ ਕਿਤੇ ਮੌਕਾ ਮਿਲਿਆ ਤਾਂ ਆਪਾਂ ਮਿਲਾਂਗੇ। ਸਾਡੀ ਬਾਜ ਟੀਵੀ ਵੱਲੋਂ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਇੱਥੇ ਆਉਣ ਤੇ ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਹੁਣ ਮੈਨੂੰ ਦਿਓ ਇਜਾਜ਼ਤ, ਖਾਸ ਮੁਲਾਕਾਤ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸ਼ਖਸੀਅਤ ਨਾਲ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਦਾ ਮਜ਼ਾ ਲਿਆ ਹੋਗਾ, ਤੁਸੀਂ ਲੁਤਫ ਉਠਾਇਆ ਹੋਗਾ, ਤੇ ਬਾਕੀ ਫਿਰ ਕੱਲ ਗੱਲਬਾਤ ਕਰਾਂਗੇ ਨਵੀਂ ਸ਼ਖਸੀਅਤ ਨਾਲ। ਹੁਣ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।